मेरा परिवार भी, मेरे बच्चे कह हटे पहला कि बाबा ना सੱਟ लगू तेरे, मेरे लड़के कह हटे बाबा भी उम्र बहुत होगी, की खट्टिया तू घरे काम धंधा कर ला। मैं कहा नहीं। को इलाका बैकवर्ड करके इन्होंने मैनूं मानता की देनी सी, मेरे उल्टी रहे सारा पिंड। भी नशा ना करो यार, खेडण खुडण नूं छड्डो, पर कंगाल क्यों बनते हो? खेडण की खातर कंगाली क्यों पल्ले पाउने हो यार? एडी जंग मुंडे हो यार, काहदी खातर? पर जो तुसीं मेरे वाली उम्र च आ गए, मैनूं लगदा सोथों निकरी नहीं पैनी। मैंने सुरिंदर कपूर ने मौके ते सलमान दिता भी भलवाना यार तू काहदे केस च है? मैं कहा मैं कतल केस च है। पंद्रह दौड़े ही फट गए यार, किसी तू तो आराम नहीं तुरया होना तो मैं नहीं फड़िया गया। ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਤੇ ਅੱਜ ਤੁਹਾਡੀ ਮੁਲਾਕਾਤ ਕਬੱਡੀ ਨਾਲ ਜੁੜੀ ਉਸ ਉੱਗੀ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੀ ਹਾਂ ਜਿਹੜੇ ਪੰਜਾਬ ਦੇ ਉਹਨਾਂ ਪੁਰਾਣੇ ਕਬੱਡੀ ਖਿਡਾਰੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਦੀ ਅੱਜ ਵੀ ਮੈਦਾਨ 'ਚ ਤੂਤੀ ਬੋਲਦੀ ਹੈ। ਜਦੋਂ ਰੇਡ ਪਾਉਂਦੇ ਨੇ ਤਾਂ ਲੋਕ ਨੱਚਣ ਲਈ ਮਜਬੂਰ ਹੋ ਜਾਂਦੇ ਨੇ ਤਾਂ ਰੇਡ ਪਾਉਣ ਤੋਂ ਬਾਅਦ ਆਪ ਵੀ ਹੱਸਦੇ ਨੇ, ਨੱਚਦੇ ਨੇ, ਥਾਪੀਆਂ ਮਾਰਦੇ ਨੇ। ਇਹਨਾਂ ਦਾ ਜਿਹੜਾ ਅੰਦਾਜ਼ ਹੈ ਵੱਖਰਾ ਹੈ, ਕਬੱਡੀ ਖੇਡਣ ਦਾ ਵੀ, ਹਸਾਉਣ ਦਾ ਵੀ, ਲੋਕਾਂ ਨੂੰ ਐਂਟਰਟੇਨ ਕਰਨ ਦਾ ਵੀ। ਇਹੀ ਕਾਰਨ ਹੈ ਕਿ ਇੱਕ ਖਿਡਾਰੀ ਜਿਹੜਾ ਹੈ, ਖਿਡਾਰੀ ਮੁਕੰਮਲ ਜਾਂ ਫਿਰ ਪੂਰਨ ਤੌਰ 'ਤੇ ਖਿਡਾਰੀ ਉਦੋਂ ਬਣਦਾ ਜਦੋਂ ਲੋਕਾਂ ਦੇ ਵਿੱਚ ਉਹਦੀ ਡਿਮਾਂਡ ਵੱਧ ਜਾਂਦੀ ਹੈ। ਅਤੇ ਅੱਜ ਦੀ ਤਰੀਕ 'ਚ ਵੀ 63 ਸਾਲਾਂ ਇਸ ਕਬੱਡੀ ਖਿਡਾਰੀ ਦੀ ਡਿਮਾਂਡ ਪਹਿਲੇ ਦਿਨ ਵਰਗੀ ਹੈ। ਅੱਜ ਵੀ ਲੋਕ ਮੈਦਾਨ 'ਚ ਬੁਗਲੇ ਨੂੰ ਵੇਖ ਕੇ ਚੀਕਾਂ ਮਾਰਦੇ ਨੇ, ਕੂਕਾਂ ਮਾਰਦੇ ਨੇ ਜਾਂ ਨੱਚ ਉੱਠਦੇ ਨੇ। ਤੁਹਾਡੀ ਮੁਲਾਕਾਤ ਅੱਜ ਕਰਵਾ ਦਿੰਦੇ ਹਾਂ ਬੁਗਲੇ ਦੇ ਨਾਲ। ਬੁਗਲੇ ਦਾ ਅਸਲੀ ਨਾਮ ਕੀ ਹੈ ਇਹ ਵੀ ਲੋਕ ਜਾਣਨਾ ਚਾਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਬੁਗਲੇ ਦਾ, ਤੇ ਤੁਹਾਡਾ ਅਸਲੀ ਨਾਮ ਦੱਸੋ ਪਹਿਲੇ। ਅਸਲੀ ਨਾਮ ਮੇਰਾ ਜਗਰੂਪ ਸਿੰਘ ਹੈ ਜੀ, ਤੇ ਪਰ ਸੈਕੰਡ ਲੋਕਾਂ ਦੇ ਨਾਮ ਮੇਰਾ ਬੁਗਲਾ ਤਰਿਆ ਕਿਉਂ? ਲੋਕ ਰੱਬ ਆ, ਲੋਕ ਜਿਹਨੂੰ ਜਿਵੇਂ ਕਹਿੰਦੇ ਆ ਉਵੇਂ ਫਿਰ ਮੰਨਣਾ ਪਊਗਾ। ਲੋਕ 80% ਮੇਰੇ ਨਾਲ ਆ ਤੇ ਬਾਕੀ ਤਾਂ ਉਲਟਾ ਹੈ। ਜਦ ਮੈਂ ਕਬੱਡੀ ਖੇਡਣ ਲੱਗਿਆ, ਮੈਂ ਬਚਪਨ ਸੀ ਮੇਰਾ, ਮੈਂ ਬਿਲਕੁਲ ਅਨਪੜ੍ਹ ਹਾਂ, ਪਸ਼ੂ ਚਾਰਨ ਵਾਲਾ ਇਨਸਾਨ ਸੀ। ਸਾਡੇ ਪਿੰਡ ਇੱਕ ਦਰਸ਼ਨ ਤੇ ਜੋਗਿੰਦਰ ਸੀ, ਉਹ ਕਾਲਜ 'ਚੋਂ ਇਹ ਬਿਮਾਰੀ ਖਰੀਦ ਲਿਆਏ। ਉਹ ਬਿਮਾਰੀ ਦੇ ਨਾਲ ਮੈਂ ਦਰਸ਼ਨ ਤੇ ਜੋਗਿੰਦਰ ਮੈਨੂੰ ਖੇਡਦੇ ਰਹੇ। ਦਰਸ਼ਨ ਦੀ ਮੌਤ ਹੋ ਚੁੱਕੀ 80 'ਚ, 84  'ਚ ਆ ਕੇ, ਅਤੇ ਅਸੀਂ ਪਿੰਡਾਂ ਦੇ ਮੈਚ ਲਾਉਂਦੇ ਰਹੇ। ਚੰਗੇ ਚੰਗੇ ਪਲੇਅਰਾਂ ਨੇ ਖੇਡੇ, ਪਰ ਉਹ ਪਲੇਅਰ ਅੱਜ ਦੁਨੀਆ ਦੇ ਵਿੱਚ ਬੜੇ ਸਟਾਰ ਨੇ, ਬਾਹਰ ਕੈਨੇਡਾ ਅਮਰੀਕਾ ਵੀ ਚੱਲ ਗਏ। ਚਲੋ ਠੀਕ ਹੈ, ਅਸੀਂ ਖੇਡਦੇ, ਸਾਡੀ ਆਪਸ ਵਿੱਚ ਤਵਾੜ ਪੈ ਗਿਆ। ਮੈਂ ਫਿਰ ਵੱਖ ਵੱਖ ਜ਼ਿਲ੍ਹਿਆਂ 'ਚ ਖੇਡਿਆ, ਵੱਖ ਵੱਖ ਸਟੇਟਾਂ 'ਚ, ਕਿਉਂਕਿ ਮੈਂ ਜ਼ਿਲ੍ਹਿਆਂ 'ਚ ਖੇਡਦਾ ਤੁਰਿਆ ਗਿਆ। ਵਧੀਆ ਪਲੇਅਰ ਸੀ, ਕੁਦਰਤ ਕੰਨਿਓ ਮੈਨੂੰ ਪਰਮਾਤਮਾ ਨੇ ਦਾਤ ਬਖਸ਼ੀ, ਪਰ ਨਹੀਂ, ਉਦੋਂ ਵੀ ਮੈਂ ਕਬੱਡੀ ਬੋਲ ਕੇ ਪਾਉਂਦਾ ਰਹਿੰਦਾ ਸੀ। ਅਤੇ ਜਦ ਕਿਤੇ ਕੋਈ ਬੰਦਾ ਕਹਿੰਦਾ ਓਏ ਕੈਂਚੀ ਮਾਰ, ਅਤੇ ਮੈਂ ਫੜ ਕੇ ਬੰਦੇ ਨੂੰ ਬੰਦੇ 'ਤੇ ਸਿੱਟ ਦਿੰਦਾ। ਐਂ ਬੰਦਾ ਕੈਂਚੀ ਨਹੀਂ ਮਾਰਦਾ, ਮੈਂ ਬਾਗਲਾਂ 'ਚ ਹੱਥ ਮਾਰ ਕੇ, ਜਿਹੜਾ ਬੰਦਾ ਬੁੜਾ ਜਿਹਾ ਕਹਿੰਦਾ ਹੁੰਦਾ, ਮੈਂ ਲਿਜਾ ਕੇ ਉਹ ਬੰਦੇ 'ਤੇ ਸਿੱਟ ਦਿੰਦਾ। ਵੀ ਇਹ ਉਦੋਂ ਕੋਈ ਮਤਲਬ ਕੋਈ ਇੰਤਜ਼ਾਮ ਹੁੰਦੇ ਸੀ, ਐਵੇਂ ਟੱਕੇ ਟੁੱਕੇ ਜਿਹੇ ਪਿੱਛੇ ਬੰਨੇ ਹੁੰਦੇ ਸੀ ਕਲੀ, ਤੇ ਮੈਂ ਘੇਰਾ ਪਾ ਕੇ ਉਹਦੇ ਕੇ ਸਿੱਟ ਦੇਣਾ। ਕਿਉਂਕਿ ਮੈਂ ਤਕੜਾ ਪਹਿਲਾਂ ਤੋਂ ਹੀ ਮੁੱਢ ਤੋਂ ਪਲੇਅਰ ਸੀ, ਪਤਾ ਹੁੰਦਾ ਵੀ ਹਲਕੇ ਬੰਦੇ ਖੇਡਦੇ ਹੁੰਦੇ। ਉਦੋਂ ਇੰਨੀ ਪਲੇਅਰ ਹੈ ਨਹੀਂ ਸੀ। ਹੁਣ ਤਾਂ ਪਲੇਅਰ ਪਿੰਡ ਪਿੰਡ ਜੰਮ ਗਿਆ, ਉਦੋਂ ਕੋਈ ਪਲੇਅਰ ਟਾਵੇਂ ਹੀ ਸੀ, ਨਹੀਂ ਖੇਡਦੇ ਲੋਕ ਡਰਾਂ ਦੇ, ਲੱਤ ਮਾਂ ਟੁੱਟ ਜੂ। ਮੈਨੂੰ ਲੋਕਾਂ ਨੇ ਗਾਲਾਂ ਕੱਢੀਆਂ ਬਹੁਤ ਪਿੰਡ 'ਚ। ਉਹ ਪਲੇਅਰ ਦੋ ਸਾਡੇ ਇੱਥੇ, ਇੱਕ ਤਾਂ ਬਾਬੂ ਸਿੰਘ ਜਾਲਦਾਰ ਦਾ ਮੁੰਡਾ ਹੈ ਅਤੇ ਉਹ ਬੰਬਲ ਆ, ਇੱਕ ਇੱਥੇ ਹਰਜਸ ਭੋਲਾ। ਮੈਂ ਉਹਨਾਂ ਦੇ ਘਰ ਨੂੰ ਤੁਰਿਆ ਜਾਂਦਾ ਸੀ, ਸੱਦਣ ਗਿਆ। ਅਤੇ ਇੱਥੇ ਸਾਡੇ ਕੋਲ ਨੇੜੇ ਪੱਤੋ ਆ, ਪੱਤੋ ਖੇਡਣ ਜਾਣਾ ਸੀ ਅਤੇ ਸ਼ੋਅ ਮੈਚ ਲਾਉਣਾ ਸੀ। ਇਹ ਚੜ੍ਹੇ ਵੀ ਸੀ, ਪੂਰੀ ਤੂਤੀ ਬੋਲੀ ਹੋਈ ਸੀ ਮੇਰੀ। ਅਤੇ ਮੈਨੂੰ ਐਂ ਸੀ ਵੀ ਦੋ ਬੰਦੇ ਇਹੋ ਜਿਹੇ ਮੈਂ ਜਾਫ ਕਰਕੇ ਅਤੇ ਆਪਾਂ ਰੁਪਈਏ ਲੈ ਆਵਾਂਗੇ। ਰੁਪਈਆਂ ਦੀ ਗਰੀਬੀ ਦੇ ਕਾਰਨ ਇਹੀ ਸੀ ਵੀ ਪੈਸੇ ਲੈ ਆਵਾਂਗੇ, ਪੈਸਿਆਂ ਦੀ ਰੌਲਾ ਸੀ। ਅਤੇ ਜਦੋਂ ਮੈਂ ਗਿਆ ਅਤੇ ਆਵਾਜ਼ ਮਾਰੀ, ਉਹਦਾ ਬਾਪ ਬਾਹਰ ਨਿਕਲਿਆ, ਕਹਿੰਦਾ ਵੀ ਤੂੰ ਬਈ? ਮੈਂ ਕਬੱਡੀ ਖੇਡਣ ਜਾਣਾ। ਮੈਨੂੰ ਬਹੁਤ ਬੁਰੇ ਲਫ਼ਜ਼ ਬੋਲੇ। ਉੱਥੋਂ ਮਨ ਨੇ ਸੋਚਿਆ, ਮੁੜਿਆ ਚੱਲਿਆ। ਚਲੋ ਮੁੜਿਆ ਆ ਕੇ ਮੈਂ ਜਾਲਦਾਰ ਬੰਬਲ ਕੋਲ ਗਿਆ। ਉਹ ਕਹਿੰਦਾ ਅੱਜ ਤਾਂ ਮੇਰੀ ਤਬੀਅਤ ਠੀਕ ਨਹੀਂ, ਖੇਡਣ ਤਾਂ ਜਾਣਾ ਯਾਰ, ਤਬੀਜ਼ਾਂ ਦਾ ਕੀ ਇੱਕ ਚੱਕਰ ਹੈ। ਚੱਲ ਮੈਂ ਕਿਹਾ ਬੁਗਲਾ ਚੱਲ। ਮੈਂ ਚੱਕਿਆ ਸਾਈਕਲ, ਵਗ ਗਿਆ, ਮੈਂ ਖਾਈ 'ਚ ਖੇਡਿਆ। ਚਲੋ ਠੀਕ ਹੈ, ਇਹ ਬੰਦੇ ਮੇਰੇ ਨਾਲ ਲੜ ਛੱਡ ਗਏ, ਅਤੇ ਨਹੀਂ ਤਾਂ ਚਲੋ ਠੀਕ ਹੈ, ਇੱਥੇ ਰਹਿ ਗਏ।
ਹੁਣ ਤਾਂ ਬੁੜੇ ਹੋ ਗਏ ਉਹ, ਜੋ ਉਮਰ ਖਤਮ ਹੋ ਗਈ ਉਹਨਾਂ ਦੀ। ਤੇ ਮੈਂ ਫਿਰ ਉਹ ਛੱਡੀ ਹੀ ਨਹੀਂ, ਖੇਡੀ ਖੁੱਡੀ ਗਿਆ, ਹਟੇ ਹੀ ਨਹੀਂ ਮੈਂ ਤਾਂ ਖੇਡਣੋਂ। ਬਚਪਨ ਦੀ ਮੇਰੀ ਬਿਮਾਰੀ ਸੀ ਇਹ, ਬਸ ਲਈ ਨਹੀਂ ਮੈਥੋਂ। ਫਿਰ ਮੈਂ ਕਈ ਵਾਰੀ ਮਨ 'ਚ ਸੋਚਦਾ ਤੂੰ ਫੜਿਆ ਫੁੜਿਆ ਜਾਂਦਾ ਵੀ ਬੁੜਾ ਹੋ ਗਿਆ ਯਾਰ, ਤੂੰ ਛੱਡ ਪਰੇ, ਐਵੇਂ ਸੱਟ ਖਾ ਬੈਠੇਗਾ। ਫਿਰ ਯਾਰ ਉਹ ਮਨ 'ਚ ਉੱਠਦਾ ਵੀ ਯਾਰ ਐਂ ਤਾਂ ਨਹੀਂ। ਅੱਜ ਵੀ ਜਵਾਨ ਮੰਨਦੇ ਹੋ ਆਪਣੇ ਆਪ ਨੂੰ? ਹਾਂ, ਜਦੋਂ ਅਸਲ 'ਚ ਨਾ, ਜਦੋਂ ਤੱਕ ਬੰਦੇ ਨੂੰ ਕੋਈ ਠੇਸ ਨਹੀਂ ਪਹੁੰਚਦੀ ਉਹਨਾਂ 'ਚ ਨਹੀਂ ਹਟਦਾ ਉਹ, ਕਿਸੇ ਦੇ ਕਹੇ ਤੋਂ ਨਹੀਂ ਹਟਦਾ। ਮੇਰਾ ਪਰਿਵਾਰ ਵੀ, ਮੇਰੇ ਬੱਚੇ ਕਹਿ ਹਟੇ ਪਹਿਲਾਂ ਵੀ ਬਾਬਾ ਨਾ ਸੱਟ ਲੱਗੂ ਤੇਰੇ। ਮੇਰੇ ਲੜਕੇ ਕਹਿ ਹਟੇ ਵੀ ਆਪਾਂ ਵੀ ਉਮਰ ਬਹੁਤ ਹੋਊਗੀ, ਕੀ ਇਹਦੇ 'ਚ ਕੀ ਖੱਟਿਆ ਤੂੰ, ਘਰੇ ਕੰਮ ਧੰਦਾ ਕਰ ਲਾ। ਮੈਂ ਕਿਹਾ ਨਹੀਂ। ਵੀ ਉਹ ਬੈਲ ਮੈਨੂੰ ਫੋਨ ਕਰ ਦਿੰਦੇ ਆ ਵੀ ਆ ਜਾ ਯਾਰ, ਐਂ ਕਰਨਾ ਜੂ ਕਰਨਾ। ਪਹਿਲਾਂ ਤਾਂ ਹੁਣ ਮੈਂ ਗਾਗੜੇ 14 ਸਾਲ ਰਿਹਾ, 14 ਸਾਲ ਲਗਾਤਾਰ ਹੀ ਉੱਥੇ ਮੈਂ ਜਾਈ ਗਿਆ। ਇੱਥੋਂ ਬੱਸ 7 ਵਜੇ ਚੜ੍ਹ ਜਾਣਾ, ਜਾ ਕੇ ਰੋਟੀ ਖਾ ਲੈਣੀ ਉੱਥੇ। ਉੱਥੇ ਜਾ ਕੇ ਸਿੱਟ ਕੇ ਪਾਸੋਂ ਲੈ ਕੇ ਲਵਾ ਕੇ ਜਾਣਾ, ਕਿਤੇ ਮੁੰਡਿਆਂ ਨੂੰ ਕਢਾਉਣ ਵਾ ਗਿਆ, ਕਿਤੇ ਆਪ ਟੀਮ ਸਾਨੂੰ ਮੈਚ ਮਿਲ ਗਿਆ, ਸਾਡਾ ਮੈਚ ਲਾ ਦੇਣਾ। ਗਾਗੜੇ 'ਚ ਖੇਡੀ ਗਿਆ ਬਹੁਤ, ਗਾਗੜੇ ਸਿੱਟ ਬਹੁਤ ਤਕੜਾ ਸੀ। 14 ਸਾਲ ਖੇਡ ਗਿਆ ਗਾਗੜੇ 'ਚ ਮੈਂ। ਜਸਵੰਤ ਫੌਜੀ ਸੀ, ਤਾਰੀ ਕੰਡਾਲ ਵਾਲਾ ਤਾਰੀ ਬਹੁਤ ਤਕੜਾ ਸਿੱਟ ਸੀ, ਢੋਲੇ ਵਾਲੀ ਆ ਵਧੀਆ। 14 ਸਾਲ ਲੋਕਾਂ ਨਾਲ ਅਸੀਂ ਲੋਕਾਂ ਨੇ ਬਹੁਤ ਮੂੰਹ ਕੁੱਟੇ ਨੂੰ। ਪਰ ਹੁਣ ਇਹ ਜਿਹੜੇ ਹੁਣ ਪਿੰਡ ਆ ਸਾਡਾ, ਨਿੱਘਾ ਜਿਹਾ ਪਿੰਡ ਆ ਇਹ, ਇੱਕ ਤਾਂ ਇਹ ਇਲਾਕਾ ਹੀ ਬੈਕਵਰਡ ਹੈ। ਕੋਈ ਇਲਾਕਾ ਬੈਕਵਰਡ ਕਰਕੇ ਇਹਨਾਂ ਨੇ ਮੈਨੂੰ ਮਾਨਤਾ ਤਾਂ ਕੀ ਦੇਣੀ ਸੀ, ਮੇਰੇ ਉਲਟੀ ਰਹੇ ਸਾਰਾ ਪਿੰਡ ਇਹ। ਉਹ ਸਹੁਰਾ ਊਂ ਹੀ ਤੁਰਿਆ ਫਿਰਦਾ, ਉਹ ਸਹੁਰਾ ਘਰੇ ਕੰਮ ਕਰ ਲਾ, ਤੂੰ ਐਵੇਂ ਲਗਾੜ ਬੰਦਿਆਂ ਨੂੰ ਤੁਰਿਆ ਫਿਰਦਾ। ਗੱਲ ਆ ਕੋਈ, ਇਹ ਕਿਹੜੀ ਸੌਖੀ ਆ, ਕੀ ਲੈ ਲਿਆ ਖੱਟਿਆ ਖਾਧਿਆ। ਮੇਰਾ ਮਨ ਡਿੱਗ ਪੈਣਾ ਵੀ ਚਾਚੇ ਤਾਂ ਇਹ ਸਿਆਣੇ ਬੰਦੇ ਗੱਲਾਂ ਸਿਆਣੀਆਂ ਕਹਿੰਦੇ ਆ ਯਾਰ, ਗੱਲ ਇਹਨਾਂ ਦੀ ਸੁਣਨ ਵਾਲੀ ਆ। ਫਿਰ ਮੈਂ ਉਹਨਾਂ ਕੋਲੇ ਖੜਦਾ ਨਹੀਂ ਸੀ ਵੀ ਇਹ ਗੱਲ ਮੈਨੂੰ ਕਹਿਣਗੇ। ਕੋ ਮੈਨੂੰ ਉਹ ਬੈਲ ਲੱਗਿਆ ਬਿਮਾਰੀ, ਇਹ ਜਦੋਂ ਉਹ ਰੋਗ ਉਹੀ ਆ ਜਿਹੜਾ ਮਤਲਬ ਕੋਈ ਮੇਰਾ ਉਹਨਾਂ ਨਾਲ ਹੁਣ ਵੀ ਰਿਲੇਸ਼ਨ ਮੇਰਾ ਉਹਨਾਂ ਨਾਲ ਹੀ ਹੈ। ਕਿ ਹੁਣ ਮੇਰੇ ਨਾਲ ਘੱਟ ਤੋਂ ਘੱਟ 80-85 ਮੁੰਡੇ ਜੁੜੇ ਹੋਏ ਨੇ। ਕੋਈ ਤਾਂ ਛੋਟੀਆਂ ਟੀਮਾਂ ਬਣਾ ਲਈਆਂ, ਇੱਕ 19 ਸਾਲ ਦੀ ਟੀਮ ਤਿਆਰ ਕਰੀ ਅਸੀਂ, ਅਤੇ ਉਹਦੀ ਮਤਲਬ ਮੈਂ ਕਾਰਗੁਜ਼ਾਰੀ ਕਰਨੀ ਆ। ਅਤੇ ਪਰ ਮੈਂ ਇਹੀ ਮੈਂ ਇੱਕ ਬੇਨਤੀ ਵਾਰ-ਵਾਰ ਇਹਨਾਂ ਨੂੰ ਫੇਰ ਕਰਦਾ ਵੀ ਨਸ਼ਾ ਨਾ ਕਰੋ ਯਾਰ, ਖੇਡਣ ਖੁੱਡਣ ਨੂੰ ਛੱਡੋ। ਪਰ ਇਹ ਕੰਗਾਲ ਕਿਉਂ ਮੰਨਦੇ ਹੋ, ਖੇਡਣ ਦੀ ਖਾਤਰ ਕੰਗਾਲੀ ਕਿਉਂ ਪੱਲੇ ਪਾਉਂਦੇ ਹੋ ਯਾਰ, ਐਡੀ ਜੰਗ ਮੁੰਡੇ ਹੋ ਯਾਰ, ਕਾਹਦੀ ਖਾਤਰ ਆ। ਮੈਂ ਤਾਂ ਕੋਈ ਨਸ਼ਾ ਕਰਿਆ ਨਹੀਂ, ਨਾ ਹੀ ਕਰਨਾ। ਮੈਂ ਟੈਸਟ ਵੀ ਨਹੀਂ ਦੇਖਿਆ ਨਸ਼ੇ ਦਾ ਕਿਸੇ ਦਾ। ਮੈਂ ਹੁਣ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਵੀ ਮੈਂ, ਤੁਸੀਂ ਇੱਧਰ ਨੂੰ ਕਿੱਧਰ ਨੂੰ ਤੁਰੇ ਜਾਂਦੇ ਹੋ। ਮੇਰਾ ਕਿਸੇ ਨੂੰ ਇੱਕ ਲਾਸਟ ਸੁਨੇਹਾ ਹੀ ਆ ਦੋਸਤੋ, ਮੇਰੀ ਇੰਟਰਵਿਊ ਕੁਦਰਤ ਕਰਨੀ ਹੋ ਗਈ, ਚੱਲ ਮੈਂ ਤੁਹਾਨੂੰ ਇਹੀ ਸੁਨੇਹਾ ਮੇਰਾ ਦੋਸਤੋ, ਦੇਖੋ ਇਹ ਕੰਮ ਨਾ ਕਰੋ। ਕੀ ਕਰਦੇ ਹੋ ਇੱਕ ਪੈਸੇ ਦੀ ਖਾਤਰ ਯਾਰ, ਉਹ ਪੈਸਾ ਦਾ ਬੰਦਾ ਮੈਂ ਕਿੰਨੇ ਹੀ ਕਮਾ ਲੈਂਦਾ, ਪੈਸਾ ਕਮਾਉਣਾ ਹੁੰਦਾ ਮੈਂ ਕਿੰਨੇ ਹੀ ਕਮਾ ਲੈਂਦਾ। ਪਰ ਨਹੀਂ, ਇਹ ਨਾ ਕਰੋ। ਪੈਸਾ ਕਿਹਨੇ ਨਾਲ ਲੈ ਕੇ ਜਾਣਾ, ਜ਼ਮੀਨ ਨਾ ਖਤਮ ਨਾ ਹੋਵੋ। ਨਹੀਂ ਯਾਰ, ਐਂ ਖਤਮ ਕਾਹਤੋਂ ਹੁੰਦੇ ਹੋ ਜੰਗ ਮੁੰਡਿਓ। ਮੈਨੂੰ ਤਾਂ ਯਾਰ ਕੋਈ ਡਰ ਨਹੀਂ, ਇਸ ਗੱਲ ਤਾਂ ਲੱਗਦਾ ਨਹੀਂ ਵੀ ਮੇਰੀ ਵੀ 70 ਸਾਲ ਦੀ ਉਮਰ ਹੋ ਗਈ। ਪਰ ਜਦੋਂ ਤੁਸੀਂ ਮੇਰੇ ਵਾਲੀ ਉਮਰ 'ਚ ਆ ਗਏ, ਮੈਨੂੰ ਲੱਗਦਾ ਸੋਥੋਂ ਨਿਕਰੀ ਨਹੀਂ ਪੈਣੀ। ਮੈਂ 40 ਕੌਡੀਆਂ ਇੱਕ ਗਰਾਊਂਡ 'ਚ ਪਾਤੀਆਂ, ਇੱਕ ਮੈਚ 'ਚ। ਦੇਖ ਲਓ ਕਿੰਨੇ ਮੈਚ ਲੱਗੇ ਅਤੇ ਕਿੰਨੀ ਦੁਨੀਆ ਹਰਾ ਤੋਰੀ, ਅਤੇ ਕਿੰਨੀਆਂ ਕੌਡੀਆਂ ਪਾਤੀਆਂ। ਮੈਂ ਤਾਂ ਫੀਮ ਫੂਮ ਖਾਧੀ ਸੀ, ਮੇਰੇ ਨਾਲ ਦੇ ਫੀਮ ਫੂਮ ਖਾ ਲੈਂਦੀ, ਲੈ ਮਾੜੀ ਜਿਹੀ ਖਾ ਲਾ। ਮੈਂ ਕਿਹਾ ਨਹੀਂ ਯਾਰ, ਅੱਜ ਖਾ ਲਈ ਫਿਰ ਕੱਲ੍ਹ ਨੂੰ ਵੀ ਆਪਾਂ ਤਾਂ ਖੇਡਣਾ। ਐਂ ਕਿਵੇਂ ਨਸ਼ੇ ਨੁਸ਼ੇ ਖਾ ਕੇ ਯਾਰ, ਨਹੀਂ ਫਿਰ ਨਸ਼ੇ ਹੀ ਰਾਹ 'ਚ ਫੜਿਆ ਜਾਊਗਾ। ਅਤੇ ਫਿਰ ਮੈਂ ਨਸ਼ੇ ਵਾਲਿਆਂ ਕੋਲ ਮੈਂ ਕੌਡੀ ਖੇਡਣਾ ਹੋਊ, ਮੈਂ ਫੀਮ ਲੈਣ ਜਾਊਂਗਾ, ਕੌਡੀ ਖੇਡਣਾ ਆਊਂਗਾ। ਮੈਨੂੰ ਤਾਂ ਗੱਲਾਂ ਵਧੀਆ ਨਹੀਂ ਲੱਗੀਆਂ। ਕਹਾ ਠੀਕ ਹੈ, ਹਜ਼ਾਰਾਂ ਮੈਂ ਪਲੇਅਰਾਂ ਨਾਲ, ਹਜ਼ਾਰਾਂ ਤਕੜੇ ਪਲੇਅਰਾਂ ਨਾਲ ਖੇਡ ਗਿਆ, ਬਥੇਰੇ ਪਲੇਅਰਾਂ ਨੂੰ ਸੁੱਟਿਆ। ਮੈਂ ਕਹਾ ਵੀ ਮੈਂ ਜਿੱਤੀ ਗਿਆ, ਮੈਨੂੰ ਵੀ ਮੇਰੇ ਨਾਲ ਵੀ ਲੋਕਾਂ ਨੇ ਬਹੁਤ ਬੁਰੀ ਕੀਤੀ ਹੈ, ਪਰ ਮੈਂ ਵੀ ਲੋਕਾਂ ਨਾਲ ਬਹੁਤ ਬੁਰੀ ਕਰੀ ਆ। ਪਰ ਮੇਰਾ ਜਦੋਂ ਮੈਂ ਭੱਜ ਗਿਆ ਇੱਕ ਪਹਿਲੀ ਕੌਡੀ ਹੱਥ, ਅਤੇ ਮੈਂ ਥਾਪੀ ਮਾਰਨਾ ਸੀ ਵੀ ਹੁਣ ਨਹੀਂ ਮਿੱਤਰੋਂ ਰਹਿੰਦਾ। ਕਿਉਂਕਿ ਮੈਂ ਪਹਿਲਾਂ ਲਗਾ ਦੇਖਣਾ ਵੀ ਜੇ ਕਦੇ ਗਲਤੀ ਕਰਨੀ ਨਾ, ਜਾਫੀ ਨੇ ਫੜ ਹੀ ਲੈਣਾ। ਉਹ 4 ਅੱਖਾਂ 8 ਅੱਖਾਂ ਹੋ ਗਈਆਂ, ਮੇਰੀਆਂ 2 ਅੱਖਾਂ। ਕਿਤੇ ਗਲਤੀ ਨਹੀਂ ਜਾਣਪਣੇ 'ਚ ਬੰਦਾ, ਮੈਂ ਗਲਤੀ ਨਾਲ ਬੰਦਾ ਫੜੇ ਜਾ ਰੇਡਰ, ਅਤੇ ਉਹ ਨਹੀਂ ਫੜੀਦਾ। ਜਦੋਂ ਮੈਦਾਨ 'ਚ ਆਉਣ ਵਾਲੇ ਹੁੰਦੇ ਹੋ ਤਾਂ ਜਿਹੜੇ ਕਮੈਂਟੇਟਰ ਹੁੰਦੇ ਨੇ, ਇੱਕ ਆਵਾਜ਼ ਪੈਂਦੀ ਹੈ ਆ ਗਿਆ। ਉਸ ਤੋਂ ਬਾਅਦ ਜਿਹੜੀ ਲੋਕਾਂ ਦੇ ਵਿੱਚ ਤੁਹਾਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਪਿਆਰ ਹੈ, ਉਹ ਲੋਕਾਂ 'ਚ ਉਦੋਂ ਦੇਖਣ ਨੂੰ ਮਿਲਦਾ ਜਦੋਂ ਸਿਰਫ ਆ ਗਿਆ ਅਨਾਊਂਸ ਹੁੰਦਾ ਹੈ ਅਤੇ ਪਤਾ ਲੱਗ ਜਾਂਦਾ ਬੁਗਲਾ ਆਉਣ ਵਾਲਾ। ਬੁਗਲੇ ਨੇ ਚਾਹੇ ਪੈਸੇ ਨਹੀਂ ਕਮਾਏ, ਪਰ ਪਿਆਰ ਬੜਾ ਖਟਿਆ, ਇੱਜ਼ਤ ਬੜੀ ਖੱਟੀ। ਪਿਆਰ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋ ਗਿਆ। ਸਾਰੀ ਦੀ ਸਾਰੀ ਜ਼ਿੰਦਗੀ ਇਹਨਾਂ ਰਾਹ 'ਤੇ ਲਾ ਕੇ, ਜਿਸ ਬੰਦਿਆਂ ਨੂੰ ਮੇਰੀ ਜ਼ਿੰਦਗੀ ਬਾਰੇ ਪਤਾ, ਜਾਂ ਜਿਹੜੀਆਂ ਕਮੇਟੀਆਂ ਕੋਲੇ 14 ਸਾਲ ਹੋ ਗਏ, ਮੈਂ ਕਮੇਟੀਆਂ ਲਗਾਤਾਰ ਖੇਡੀ ਜਾਂਦਾ, ਕਮੇਟੀਆਂ ਮੈਨੂੰ ਜਾਣਦੀਆਂ। ਉਹ ਕਮੇਟੀਆਂ ਮੈਨੂੰ ਪੈਸੇ ਵੀ ਥੋੜ੍ਹੇ ਘਣੇ ਕਰਾ ਦੇਣੀਆਂ, ਮੇਰੇ ਬੋਲੇ ਤੈਨੂੰ ਮੰਗਾਇਆ ਸਪੈਸ਼ਲ ਸੱਦ ਕੇ। ਪਰ ਜਿਹੜੇ ਕਮੇਟੀ ਨੂੰ ਮੇਰੇ ਬਾਰੇ ਪਤਾ ਹੀ ਨਹੀਂ, ਜਾਂ ਉਹਨੂੰ ਪਤਾ ਹੀ ਨਹੀਂ ਵੀ ਬੰਦਾ ਕੌਣ ਆ ਇਹ, ਅਤੇ ਕਿਸੇ ਲਈ ਹੁਣ ਘੁਮਿਆਰ ਨੇ ਗਧੇ ਦੇ ਗਲ ਨੂੰ ਲਾਲ ਬੰਨ੍ਹਤਾ ਸੀ, ਉਹਨੂੰ ਕੀ ਪਤਾ। ਹੁਣ ਜਿਹੜੇ ਕਈ ਬੰਦੇ ਹੁਣ ਮੈਨੂੰ ਹੱਸਦੇ ਆ, ਭੱਜ ਕੇ ਮੈਨੂੰ, ਜਿਹੜੇ ਪੜ੍ਹੇ ਲਿਖੇ ਬੰਦੇ ਆ, ਮੇਰੀਆਂ ਫੋਟੋਆਂ ਬਣਾਉਂਦੇ ਆ, ਮੂਵੀਆਂ ਬਣਾ ਕੇ ਲੈ ਕੇ ਜਾਂਦੇ ਵੀ ਅੰਕਲ ਖੜੀ, ਨੌਜਵਾਨ ਲੜਕੀਆਂ ਆਉਂਦੀਆਂ, ਉਹ ਮੇਰੀਆਂ ਫੋਟੋਆਂ ਖਿੱਚ ਕੇ ਅਤੇ ਉਹ ਸੈਂਡ ਕਰਕੇ ਅਮਰੀਕਾ ਨੂੰ ਪਾਉਂਦੀਆਂ ਵੀ ਅਸੀਂ ਅੰਕਲ ਕੋਲੇ ਖੜੀਆਂ। ਅਤੇ ਪਰ ਕੋ ਮਤਲਬ ਇਲਾਕਾ ਕਹਾ ਲੰਘਿਆ ਹੋਇਆ, ਅਤੇ ਇਹਦਾ ਇਲਾਕਾ ਬੜਾ ਕਮਲਾ ਹੈ, ਅਤੇ ਪਿੱਛੇ ਬੈਕਵਰਡ ਇਲਾਕਾ ਹੈ, ਅਤੇ ਇੱਥੇ ਮੈਂ ਜਨਮ ਲਈ ਬੈਠਾ। ਇਹਦਾ ਜੇ ਮੈਂ ਕਹਿ ਦਿੰਦਾ ਵੀ ਯਾਰ ਮੁੰਡੇ ਖੇਡਣ ਕਬੱਡੀ, 1-2-3 ਵਾਰੀ ਤਿਆਰੀਆਂ ਕਰਾਈਆਂ, ਅਤੇ ਪਰ ਉਹ ਗੱਲ ਕੀ ਕਰੋਗੇ ਯਾਰ, ਕੰਮ ਕਰੋ। ਕੰਮ ਕੀ ਕਰੀਏ ਜਦੋਂ ਮੇਰਾ ਕੰਮ ਤਾਂ ਕਬੱਡੀ ਦਾ ਹੀ ਹੈ।
ਮੈਂ ਤਾਂ ਹੋਰ ਕੰਮ ਕਰਨਾ ਹੀ ਨਹੀਂ, ਕੰਮ ਹੀ ਕੌਡੀ ਦਾ ਹੈ ਵੀ ਮੈਂ ਤਾਂ ਇੰਝ ਹੀ ਕਰਨਾ ਹੈ। ਸਿੱਲ 'ਚ ਤੋਂ ਗਿੱਲ 'ਚੋਂ ਦਾਣਾ ਪੈਦਾ ਹੁੰਦਾ ਹੈ, ਖੀਰ ਤੇ ਉਹ ਛਿੱਟਾ ਕੱਢਦਾ। ਮੈਂ ਛਿੱਟਾ ਕੱਢਣ ਦੀ ਖਾਤਰ ਹੀ ਜ਼ੋਰ ਲਾਈ ਗਿਆ ਵੀ ਬੁਗਲਿਆ ਇਹ ਕੰਮ ਕੁੰਮ ਕਿੰਨਾ ਕਿਸੇ ਦੀ ਪੈਲੀ ਲੈ ਲਾਂਗੇ ਆਪਾਂ, ਪੈਲੀ ਤਾਂ ਲਈ ਨਹੀਂ ਸਕਦੇ, ਗਰੀਬ ਹੈ, ਦਿਹਾੜੀ ਕਰ ਨਹੀਂ ਸਕਦੇ, ਜਿਹੜਾ ਧੰਦਾ ਇਹੀ ਤੁਰਿਆ ਚੱਲ। ਬੁਗਲੇ ਨੇ ਇਹ ਬੜਾ ਵੱਡਾ ਲੋਕਾਂ ਦੇ ਦਿਲਾਂ 'ਚ ਵੀ ਸਵਾਲ ਖੜਾ ਹੁੰਦਾ ਹੈ ਕਿ ਚਾਹੇ ਪਿਆਰ ਬਹੁਤ ਜ਼ਿਆਦਾ ਲੋਕ ਕਰਦੇ ਨੇ, ਪਰ ਬੁਗਲੇ ਨੇ ਪੈਸਾ ਕਿਉਂ ਨਹੀਂ ਕਮਾਇਆ, ਜਾਂ ਅੱਜ ਬਾਕੀ ਕਬੱਡੀ ਪਲੇਅਰਸ ਦੇ ਵਾਂਗ ਬੁਗਲੇ ਦੀ ਕੋਠੀ ਕਿਉਂ ਨਹੀਂ ਹੈ, ਬੁਗਲੇ ਦੇ ਘਰ ਮੋਟਰਸਾਈਕਲ ਜਾਂ ਗੱਡੀਆਂ ਕਿਉਂ ਨਹੀਂ ਖੜੀਆਂ? ਉਹ ਕਾਰਨ ਇਹ ਸੀ ਨਾ, ਉਦੋਂ ਪੈਸਾ ਹੈ ਹੀ ਨਹੀਂ ਸੀ। ਜੇ ਹੈਗਾ ਸੀ ਤੇ ਕਮਾਇਆ, ਮੁੰਡੇ ਸਾਰਿਆਂ ਨੂੰ ਖਵਾ ਲਿਆ ਵੀ ਚਲੋ ਕੋਈ ਨਹੀਂ, ਖਾ ਪੀ ਲਓ, ਗਰੀਬ ਘਰਾਂ ਦੇ ਬੱਚੇ ਸੀ ਵੀ ਖਾ ਪੀ ਲਓ। ਪਰ ਅਸਲ ਉਹ ਗਰੀਬੀ ਉਹਨੂੰ ਲੈ ਕੇ ਬਹਿ ਗਈ। ਮੈਂ ਤਾਂ ਉਹਨਾਂ ਦੇ ਪੈਸਾ ਬਹਾਤਾ ਸੀ ਵੀ ਨਾ ਇਹ ਬੰਦੇ ਮੇਰੇ ਜਾਫੀ ਆ, ਹੁਣ ਵੀ ਮੈਂ ਤਾਂ ਪੈਸਾ ਵੰਡ ਦੇਣਾ। ਹੁਣ ਮੈਨੂੰ ਕੱਪ ਕੁੱਪ ਮਿਲ ਜਾਂਦੇ ਆ, ਮੈਂ ਕਹਿੰਦਾ ਵੀ ਇਹ ਜਿਹੜੇ ਗਰੀਬ ਘਰਾਂ ਦੇ ਮੁੰਡੇ ਲੈ ਜਾਓ ਯਾਰ, ਮੇਰੇ ਤਾਂ ਕੰਮ ਨਹੀਂ ਕੋਈ, ਮੇਰੇ ਤਾਂ ਕੰਮ ਹੀ ਨਹੀਂ ਕੋਈ ਆਉਣੇ। ਮਤਲਬ ਕੱਪਾਂ ਨਾਲ ਕੋਈ ਪਿਆਰ ਨਹੀਂ? ਨਹੀਂ, ਮੇਰਾ ਕੱਪਾਂ ਕੁੱਪਾਂ ਨਾਲ ਕੋਈ ਪਿਆਰ ਨਹੀਂ। ਮੇਰਾ ਸਿਰਫ ਇੱਕ ਹੀ ਸੀ ਵੀ ਲੋਕਾਂ ਦੇ ਵਿੱਚ ਲੋਕ ਮੈਨੂੰ ਚਾਹ ਮਾਣ ਨਾਲ ਲੋਕ ਮੇਰਾ ਪਿਆਰ ਕਰਦੇ ਆ, ਸਲਮਾਨਤ ਕਰਦੇ ਆ। ਮੈਂ ਉਹ ਨਾਲ ਦੇ ਮੁੰਡਿਆਂ ਨੂੰ ਦੇ ਉਹਨਾਂ ਵੀ ਚੱਲ ਇਹ ਵਿਚਾਰੇ ਹੁਣ ਜਦੋਂ ਕਦੋਂ ਮੰਜ਼ਲ ਤੈਅ ਕਰ ਹੋਈ ਤੇ ਆਪਾਂ ਤਾਂ ਇੱਕ ਦੀ ਮੰਜੇ ਦੇ ਇੱਕ ਦੀ ਪੱਗ ਦੇ ਹੈ ਖਾਨੀ ਨਾ ਹੈ ਵੀ ਇਹਨਾਂ ਦਾ ਦਿਲ ਤੈਅ ਰਿਹਾ, ਮੇਰੇ ਨਾਲ ਖੇਡਿਆ, ਮੇਰੇ ਨਾਲ ਪਿਆਰ ਦਿੱਤਾ, ਮੇਰੇ ਨਾਲ ਵਿਚਾਰੇ ਨੇ ਨਾਲ ਖੜੇ ਤਾਂ ਮੈਂ ਇੱਥੇ ਮੰਜ਼ਲ ਤੇ ਪਹੁੰਚਿਆ। ਕਿਉਂਕਿ ਮੈਂ ਪਿਆਰ ਤਾਂ ਹੀ ਕਰਦਾ ਜੋ ਬੰਦੇ ਮੈਨੂੰ ਚੜਾਇਆ, ਉਹਨਾਂ ਨੇ ਖੇਡਿਆ। ਤੇ ਜੇ ਮੈਂ ਘਰੇ ਬਹਿ ਗਿਆ ਸੀ ਤੇ ਉਹ ਮੈਨੂੰ ਲੈ ਕੇ ਗਏ, ਚੰਗੇ ਚੰਗੇ ਮੁੰਡੇ ਮੈਨੂੰ ਸੱਦ ਕੇ ਵਧੀਆ ਵਧੀਆ ਪਲੇਅਰ ਕਢਾਉਂਦੇ ਆ। ਇਹ ਕੈਨੇਡਾ ਖੇਡ ਗਿਆ, ਅਮਰੀਕਾ ਖੇਡ ਗਿਆ, ਮੈਨੂੰ ਤਾਂ ਹੁਣ ਪਤਾ ਨਹੀਂ ਹੁੰਦਾ ਵੀ ਕੈਨੇਡਾ ਖੇਡਿਆ, ਅਮਰੀਕਾ ਖੇਡਿਆ, ਕੌਣ ਖੇਡਿਆ ਕਿਤੇ, ਉਹਨਾਂ ਨੂੰ ਵੀ ਪਤਾ। ਉਹ ਵੀ ਲਿਆ ਕੇ ਮੇਰੇ ਫਿੱਟ ਕਰਕੇ ਤੇ ਮੈਂ ਤਾਂ 5-4 ਏਡਾਂ ਹੀ ਪਾਉਣੀਆਂ ਹੁੰਦੀਆਂ ਤੇ ਉਹ ਮੈਂ ਪਾ ਦਿੰਦਾ। ਉਹ ਜਿਹਦੇ ਮਰਜ਼ੀ ਹੁਣ ਮੈਂ ਉਹ ਤੇ ਹੀ ਪਾ ਦੇਣਾ। ਕੋਈ ਆਪਣਾ ਦੀ ਕਿੱਡਾ ਵੀ ਤਕੜਾ ਪਲੇਅਰ ਖੜਾ, ਮੈਂ ਕਹਿੰਦਾ ਬੁੜੀ ਨੇ ਇਹ ਜੰਮਿਆ, ਬੁੜੀ ਨੇ ਆਪਾਂ ਜੰਮੇ ਆ, ਵੱਧ ਤੋਂ ਵੱਧ ਤਕੜਾ ਫੜ ਲੂ, ਹੋਰ ਕੀ ਕਰ ਦੂ ਇਹ। ਘਰੇ ਤਾਂ ਲਿਜਾਣ ਨਹੀਂ ਡਿਆ ਮੈਨੂੰ ਇਹ, ਜਾਂ ਲੱਤ ਬਾਂਹ ਤੋੜ ਦੂ, ਕਣਕ ਤਾਂ ਹੈ ਨਹੀਂ, ਲੱਤ ਟੁੱਟ ਜੂ। ਕਈ ਡਰਾਉਂਦੇ ਆ ਮੈਨੂੰ, ਕਹਿੰਦਾ ਨਹੀਂ ਯਾਰ ਇਹ ਐਂ ਕਿਵੇਂ ਟੁੱਟ ਜੂਗੀ। ਖੁਰਾਕ ਜਿਹੜੀ ਦੇਸੀ ਖਾਧੀ ਹੋਈ ਹੈ ਚੰਗਾ। ਨਹੀਂ ਆਏ ਹੁਣ ਬੰਦੇ ਨੂੰ ਬੰਦਾ ਕਰ ਹੀ ਨਹੀਂ ਸਕਦਾ ਕੁਛ। ਉਹ ਮੇਰੀ ਖੁਦਾ ਦੀ ਮਨਜ਼ੂਰੀ ਸੱਚੇ ਪਾਤਸ਼ਾਹ ਜਿੰਨੇ ਚਿਰ ਇਹਦੇ ਬਾਲਾ ਕੋਈ ਪ੍ਰਮਾਤਮਾ, ਪਰ ਇਹ ਨਹੀਂ ਹੋ ਸਕਦਾ ਵੀ ਸਾਰੀਆਂ ਕੌਡੀਆਂ ਪਾ ਸਾਰੀਆਂ ਹੀ ਫੜ ਲਏ। ਇੱਕ ਤਾਂ ਫਿਰ ਉਹ ਵੀ ਫੜਨਾ, ਉਹਦੀ ਵੀ ਮਾਂ ਨੇ ਲੋਹੜੀ ਵੰਡੀ ਆ, ਦਿਨ ਤਿਉਹਾਰ ਮਨਾਏ ਗਏ ਆ ਵੱਖ ਵੱਖ ਤਰ੍ਹਾਂ ਦੇ, ਉਹ ਵੀ ਘਰੋਂ ਖੇਡਣ ਆਇਆ, ਉਹ ਵੀ ਘਰੋਂ ਖੇਡਣ ਆਇਆ ਜਿਹੜਾ ਮੇਰੇ ਨਾਲ। ਉਹਦਾ ਵੀ ਹੁਣ ਲੋਕਾਂ ਦਾ ਉਹ ਵੀ ਪਿਆਰ ਹੈ, ਲੋਕ ਉਹ ਤੇ ਵੀ ਵਿਕੇ ਹੋਏ ਨੇ। ਜੇ ਉਹ ਨਹੀਂ ਫੜਦਾ ਤਾਂ ਫਿਰ ਉਹ ਕੀ ਕਰਦਾ? ਇਹ ਤਾਂ ਹੁਣ ਥਾਪੀਆਂ ਮਾਰੀਆਂ ਨੱਚੀ ਜਾਂਦਾ ਤੇ ਉਹਨੂੰ ਲੋਕ ਕਹਿੰਦੇ ਚਕਰਾਉਂਦੇ ਆ ਵੀ ਹੁਣ ਫੜਿਆ ਇੱਥੋਂ ਖਾਲੀ ਖੇਡਦਾ ਹੈ। ਉਹਨੂੰ ਵੱਖ ਵੱਖ ਤਰ੍ਹਾਂ ਦੇ ਕੋਚ ਦਾ ਇਹਦਾ ਵੀ ਇੱਥੋਂ ਖਾਲੀ ਖੇਡੀ ਜਾਂਦਾ, ਤੂੰ ਫੜਦਾ ਕਿਉਂ ਨਹੀਂ? ਤੇ ਮੈਨੂੰ ਹਾਸੀ ਵਾਰੀ ਆਉਂਦੀ ਆ ਵੀ ਇਹ ਫੜਾਉਣ ਆਇਆ ਇਹ ਮੈਨੂੰ। ਤੋ ਮੈਂ ਕਹਿੰਦਾ ਵੀ ਜਿੰਨੇ ਤੇਰੇ ਮਿੱਤਰਾ ਤੂੰ ਖੇਡਿਆ, ਇਹਨੇ ਤਾਂ ਮੇਰੇ ਐਤਵਾਰ ਹੋ ਗਏ ਖੇਡਦਿਆਂ ਨੂੰ, ਇਹਨੇ ਤਾਂ ਸਾਨੀ ਬਦਲ ਗਏ ਵੀ ਜੇ ਮੈਂ ਪਤਾ ਨਹੀਂ ਕਿੰਨੇ ਕੁ ਮੈਚ ਖੇਡ ਗਿਆ ਕਮਲਿਆ। ਮੈਂ ਕਿਹੜੇ ਸਰਾਂ ਦਾ ਖੇਡਣ ਲੱਗਿਆ, ਜਿੱਦੇ ਮੈਂ 14 ਸਾਲ ਦਾ ਸੀ, ਵੀ ਦੇਖ ਲਓ 14 ਸਾਲ ਦਾ ਸੀ ਤੇ ਉਦੋਂ ਦਾ ਖੇਡਣ ਲੱਗਿਆ ਤੇ ਸਾਰੀ ਜ਼ਿੰਦਗੀ ਬਤੀਤ ਕਰਤੀ ਵੀ ਹਜ਼ਾਰਾਂ ਹੀ ਮੈਚ 50-60 ਮੈਚ ਤਾਂ ਆਏ ਸਾਲ ਦੇ ਲਾ ਦੇਣਾ, ਜਿਹੜੇ ਮੈਂ ਤਿਆਰੀਆਂ ਤੂਰੀਆਂ ਲਾਉਂਦਾ ਰਹਿੰਦਾ ਮੁੰਡਿਆਂ ਮੰਡੀਰਾਂ ਨਾਲ, ਭੱਜਾ ਭੁੱਜਾ ਫਿਰਦਾ, ਕਿਤੇ ਕਿਸੇ ਗਰਾਊਂਡ 'ਚ ਵਗ ਗਿਆ, ਕਿਸੇ ਗਰਾਊਂਡ 'ਤੇ ਕੌਡੀਆਂ ਪਾ ਲਈਆਂ, ਛੋਟੀ ਛੋਟੀ ਉਮਰ 'ਤੇ ਕੌਡੀਆਂ ਪਾ ਲਈਆਂ, ਕਿਸੇ ਨੂੰ ਲੱਤ ਫੜਾ ਲਈ, ਕਿਸੇ ਤੋਂ ਲੱਤ ਛਡਾ ਲਈ। ਕਿਉਂ ਉਹਨਾਂ ਨੂੰ ਇਹ ਤਾਂ ਪਤਾ ਹੀ ਨਹੀਂ ਵੀ ਇਹ ਬੰਦਾ ਕਰਦਾ ਕੀ ਹੈ। ਮੈਂ 24 ਘੰਟੇ ਮੇਰਾ ਕੰਮ ਹੀ ਇਹ ਆ। ਮਤਲਬ ਬੁਗਲਾ ਜਾਣ ਕੇ ਵੀ ਦੂਸਰੇ ਬਾਰੇ ਸੋਚ ਕੇ ਵੀ ਕਈ ਵਾਰ ਤਰਸ ਆ ਜਾਂਦਾ ਕਿ ਚੱਲ ਇਹਨੂੰ ਵੀ ਮੌਕਾ ਮਿਲਣਾ। ਹਾਂ ਵੀ ਜੇ ਹੁਣ ਜਮੇ ਹੀ ਟੁੱਟਿਆ ਵਾ ਤਾਂ ਵੀ ਇਹਨੇ ਮੁੜ ਕੇ ਖੇਡਣੀ ਨਹੀਂ ਆਉਣਾ, ਮਨਾ ਚੱਲ ਕੋਈ ਨਹੀਂ ਖੜ ਜਾ ਵੀ ਚੱਲ ਕੋਈ ਦਾ ਧੱਕਾ ਧੁੱਕਾ ਮਾਰਦਾ ਆਊਟ ਨਿਕਲ ਹੀ ਜਾਂਦਾ। ਇਹ ਗੱਲ ਕਿ ਰੱਬ ਕੌਣ ਹੈ ਦੁਨੀਆ ਤੇ? ਇੱਕ ਦਿਨ ਇਹਦਾ ਇੱਕ ਦਿਨ ਬੰਦਾ ਕੋਈ ਵੀ ਆ ਇਨਸਾਨ ਇੱਕ ਦਿਨ ਫੜਿਆ ਤੇ ਜਾਊਗਾ ਹੀ। ਦੁਨੀਆ ਧੀਂਗ ਤੋਂ ਧੀਂਗ ਉਤਰੀ ਆ, ਦੁਨੀਆ ਧੀਂਗ ਤੋਂ ਧੀਂਗ ਉਤਰੀ ਆ। ਬਰੇ ਬਰੇ ਇੱਕ ਟਿੱਬੇ ਕਿਰਾਂ ਮੇਲਾ ਹੋਇਆ, ਬਾਹਲੇ ਚਿਰਾਂ ਦੀ ਗੱਲ ਆ। ਉਹ ਗੱਲ ਨੂੰ ਤਾਂ ਇਸ ਮੇਰੇ ਹਿਸਾਬ 'ਚ ਸਨ 80 ਦੀ ਗੱਲ ਹੈ। ਅਸੀਂ 3 ਜਾਣੇ ਜਾ ਵੜੇ, ਉਹ 3 ਜਾਣੇ ਜਾ ਵੜੇ ਤੇ ਮੈਂ ਕਿਹਾ ਯਾਰ ਜਿਹੜੇ ਉਹ ਬੰਦੇ ਜੇ ਹੋਰ ਤੁਰੇ ਫਿਰਦੇ, ਮੈਂ ਕਿਹਾ ਬਾਈ ਵਗ ਜਾਓ, ਇਹ ਸੀਟ ਤਾਂ ਅਸੀਂ ਚੱਕ ਕੇ ਲੈ ਕੇ ਜਾਣੀ ਆ। ਤੇ ਇੱਕ ਮੁੰਡਾ ਤਕੜਾ ਜਿਹਾ ਆਇਆ, ਮੈਨੂੰ ਕਹਿੰਦਾ ਸੀਟ ਤੁਸੀਂ ਚੱਕ ਕੇ ਲੈ ਕੇ ਜਾਣੀ ਆ? ਮੈਂ ਕਿਹਾ ਹਾਂ। ਮੈਂ ਕਿਹਾ ਤੂੰ ਮੇਰਾ ਨਾਂ ਨਹੀਂ ਸੁਣਿਆ? ਕਹਿੰਦਾ ਨਾਂ ਨਹੀਂ ਸੁਣਿਆ? ਮੈਂ ਕਿਹਾ ਹਾਂ। ਮੈਂ ਜਿੰਨੀਆਂ ਕੌਡੀਆਂ ਪਾਏਗਾ ਸਾਰੀਆਂ ਕੌਡੀਆਂ ਹੀ ਫੜ ਲੂੰ, ਜਿੰਨੀਆਂ ਕੌਡੀਆਂ ਪਾਤੀਆਂ। ਕੋਈ ਜਵਾਨੀ ਦਾ ਲੋਰ ਸੀ, ਜਿੰਨੀਆਂ ਕੌਡੀਆਂ ਮੇਰਾ ਚਿੱਤ ਮੰਨਿਆ ਉਨੀਆਂ ਭਾਜੂ, ਜਿਹੜੀ ਚਿੱਤ ਮੰਨਿਆ ਰਹੂੰ। ਕਹਿੰਦਾ ਇਹ ਗੱਲ ਕਿੱਧਰ ਨੂੰ ਹੈ? ਮੈਂ ਕਿਹਾ ਤੈਨੂੰ ਆਹ ਦੇਖ ਲਈ ਸਾਰਿਆਂ ਨੂੰ ਤੋਰ ਦੂੰ। ਕਹਿੰਦਾ ਕੋਈ ਨਹੀਂ ਬਾਈ ਤੂੰ ਮੇਰਾ ਨਾਂ ਨਹੀਂ ਜਾਣਦਾ। ਮੈਂ ਕਿਹਾ ਚੱਲ ਕੋਈ ਨਹੀਂ, ਨਾਂ ਜਾਣ ਲੂੰਗਾ। ਮੈਂ ਕੌਡੀਆਂ ਪਾਪਾ ਦੁਨੀਆ ਹੀ ਤੋਰਤੀ ਉੱਥੋਂ। ਜਿਹੜੇ ਸਿਆਣੇ ਸੀ ਤਾਂ ਪਹਿਲਾਂ ਹੀ ਤੁਰ ਤੁਰਿਆ ਦੇਖ ਕੇ ਮੈਨੂੰ ਵੀ ਯਾਰ ਇਹ ਕੌਡੀਆਂ ਐਂ ਪਾਉਂਦੇ ਹੁੰਦੇ ਆ। ਕੋਈ ਮਜ਼ਾਕੀ ਸੀ ਮੈਂ, ਬੰਦੇ ਨੂੰ ਫੜ ਕੇ ਸਿੱਟ ਦੇਣਾ, ਬੰਦੇ ਨੂੰ ਫੜ ਕੇ ਬਡੋਲਾ ਫੜ ਕੇ ਸਿੱਟ ਦੇਣਾ ਪਰੇ, ਤੇ ਬੰਦਾ ਨਿਰਫਤ ਮੰਨਦਾ ਵੀ ਐਂ ਕਦੋਂ ਸਿੱਟਤਾ। ਕਿਉਂ ਮੈਂ ਤਾਂ ਭਲਵਾਨ ਸੀ। ਭਲਵਾਨਾਂ ਨੇ ਤੁਹਾਡਾ ਫਾਇਦਾ ਵੀ ਬੜਾ ਚੁੱਕਿਆ। ਕਾਰਨ ਤਾਂ ਸੀ ਮੈਂ ਪਹਿਲਾਂ ਘੁਲਦਾ ਸੀ। ਘੁਲਣ ਵਾਲੇ ਬੰਦੇ ਨੂੰ ਇਹ ਕੌਡੀ ਬਾਰੇ ਨੌਲੇਜ ਹੁੰਦੀ ਹੈ ਵੀ ਇਹ ਬੰਦੇ ਇੱਕ ਅੰਗ ਦੇ 2 ਅੰਗ ਹੁੰਦੇ ਆ। ਮੈਂ ਗੁੱਟ ਫੜਾ ਲਿਆ, ਗੁੱਟ ਫੜਾ ਕੇ ਬੰਦੇ ਦੇ ਮੂੰਹ ਤੇ ਮਾਰਨਾ, ਬੰਦਾ ਗੁੱਟ ਤੇ ਆਉਂਦਾ ਭੱਜ ਕੇ ਕੁੱਤੇ ਵਾਂਗੂ। ਜਾਂ ਲੱਤ ਫੜਾਤੀ, ਲੱਤ ਫੜਾ ਕੇ ਚੱਡੀ ਲਾ ਦੇਣੀ, ਉਹ ਬੰਦਾ ਉੱਥੇ ਹੀ ਲਾਈਨ ਤੇ ਜਾ ਡਿੱਗਦਾ। ਲੱਤ ਦਿਖਾਤੀ, ਉਹ ਲੱਤ ਤੇ ਆਊ, ਲੱਤ ਵਾਲਾ ਤਾਂ ਬਾਂਹ ਵਾਲਾ ਬਾਂਹ ਤੇ ਆਊਗਾ। ਜਿਵੇਂ ਕੈਂਚੀ ਮਾਰਦਾ, ਮੈਂ ਕੈਂਚੀ ਨੀਵਾਂ ਹੋ ਕੇ ਕੈਂਚੀ ਪਵਾ ਲੈ, ਬੋਝ ਕੱਢ ਕੇ ਕੈਂਚੀ ਉਸ ਵੇਲੇ ਸਿੱਟੇ ਹੁੰਦੇ ਸੀ, ਕੈਂਚੀ ਉੱਥੇ ਰਹਿ ਜਾਂਦੀ ਸੀ। ਕਿਉਂਕਿ ਜਿਹੜਾ ਮੈਨੂੰ ਨਹੀਂ ਪਤਾ ਤਕਨੀਕ ਸੀ ਉਹ ਉੱਥੇ ਡਿੱਗ ਪਊਗਾ, ਉੱਥੇ ਉੱਤੇ ਕਰ ਜੂ। ਜੇ ਮੈਂ ਥੱਲੇ ਵੜ ਗਿਆ, ਮੈਂ ਉਹਨੂੰ ਪ੍ਰੈਸ ਲਾ ਆਉਂਦਾ ਸੀ,
ਬਸ ਇੱਕੋ ਹੀ ਤੁਰਿਆ ਆ, ਸਾਰੀ ਜ਼ਿੰਦਗੀ ਦਾ ਇੱਕ ਕਰਤਾਰ ਹੀ ਬਣ ਗਿਆ। ਕਿਤੇ ਫਰੀਦਕੋਟ ਵਾਲੇ ਲੈ ਗਏ, ਕਿਤੇ ਮੈਨੂੰ ਮੁਕਤਸਰ ਵਾਲੇ ਲੈ ਗਏ, ਪਹਿਲਾਂ ਬਠਿੰਡੇ 'ਚ ਖੇਡਿਆ, ਫਿਰ ਮੁਕਤਸਰ ਵਾਲੇ ਲੈ ਗਏ 40 ਸਾਲੀ ਟੀਮ 'ਚੋਂ ਖੇਡਦੇ ਨੂੰ। ਹੁਣ ਮੈਨੂੰ 20 ਸਾਲ 40 ਸਾਲ ਟੀਮ ਦੀ ਨੂੰ ਖੇਡਦੇ ਨੂੰ 20 ਸਾਲ ਹੋ ਗਏ ਦੁਬਾਰੇ। ਬੁਗਲੇ ਕਿਉਂਕਿ ਬੁਗਲਾ ਕਹਿੰਦਾ ਕਿ ਮੈਂ ਅਨਪੜ੍ਹ ਹਾਂ, ਮੈਂ ਪੜ੍ਹਿਆ ਲਿਖਿਆ ਨਹੀਂ, ਤਾਂ ਮੇਰੀ ਅਨਪੜ੍ਹਤਾ ਦਾ ਫਾਇਦਾ ਬੜਾ ਚੁੱਕਿਆ ਗਿਆ ਮੈਦਾਨ 'ਚ, ਚਾਹੇ ਉਹ ਪੈਸੇ ਨੂੰ ਲੈਣ ਦੇਣ ਨੂੰ ਹੋਵੇ, ਚਾਹੇ ਦਾਅ ਪੇਚ ਜਾਂ। ਪਰ ਬੁਗਲਾ ਜਦੋਂ ਪੱਟਾਂ 'ਤੇ ਹੱਥ ਮਾਰ ਕੇ ਰੇਡ ਪਾਉਂਦਾ ਹੈ ਤਾਂ ਉਹ ਅੰਦਾਜ਼ ਅੱਜ ਤੱਕ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਿਆ। ਪਰ ਤਜਰਬੇ ਬਹੁਤ ਤੁਸੀਂ ਇੰਨੇ ਸਾਲ ਕਬੱਡੀ ਨੂੰ ਦਿੱਤੇ ਨੇ, ਬਹੁਤ ਸਾਰੇ ਤਜਰਬੇ ਨੇ ਤੁਹਾਡੇ, ਕੋਈ ਅਜਿਹਾ ਤਜਰਬਾ ਦੱਸੋ ਜਿਹੜਾ ਕਦੇ ਨਾ ਭੁੱਲਣ ਵਾਲਾ ਹੋਵੇ। ਤਜਰਬਾ ਤਾਂ ਜੀ ਦਿਮਾਗ ਦੀ ਗੇਮ ਆ ਅਸਲ ਤਾਂ। ਕੋਈ ਦੁਨੀਆ ਨੂੰ ਜਿਹੜੇ ਬੰਦੇ ਹਰਾਏ ਜਾਂ ਜਿੱਤੇ ਆ, ਇਹ ਤਾਂ ਨਿਰੀ ਪਤਾ ਹੀ ਨਹੀਂ ਕਿੰਨੇ। ਹੁਣ ਲੋਕਾਂ ਨੂੰ ਵੀ ਪਤਾ ਵੀ ਬੁਗਲੇ ਨੇ ਕਿਹਦੋਂ ਭੱਜਿਆ, ਲੋਕ ਕਿਹੜਾ ਉਹਨਾਂ ਨੂੰ ਜਾਣਦੇ ਨਹੀਂ। ਪਰ ਮੈਂ ਚੰਗੇ ਚੰਗੇ ਬੰਦਿਆਂ ਤੋਂ ਭੱਜ ਗਿਆ, ਜਿਹੜੇ ਕਹਿੰਦੇ ਕਹਾਉਂਦੇ ਦੁਨੀਆ ਦੇ ਸੁਪਰਹਿੱਟ ਪਲੇਅਰ ਸੀ ਨਾ। ਹੁਣ ਵੀ ਮੈਂ ਖੇਡੀ ਜਾਣਾ, ਹੁਣ ਵੀ ਜਿਹੜੇ ਬੰਦੇ ਮੇਲਿਆਂ ਦੇ ਜੇਤੂ ਉਹਨਾਂ ਬੰਦਿਆਂ ਤੋਂ ਭੱਜ ਗਿਆ। ਮਿੱਤਰੋ ਦੇਖ ਲਓ, ਹੁਣ ਤੁਸੀਂ ਦੇਖਦੇ ਹੋਵੋਗੇ, ਦੇਖੇ ਮੈਚ ਦੇਨੇ ਹੋ, ਲਾਈਫ ਚੱਲਦੀ ਹੈ ਕਿ ਲੁਕੀ ਛਿਪੀ ਗੱਲ ਹੈ। ਉਹ ਬੰਦੇ ਦੀਆਂ ਹੁਣ ਮੈਂ ਬਾਹਾਂ ਤਾਂ ਬੰਨ੍ਹ ਦਿੱਤੀਆਂ ਵੀ ਤੂੰ ਮੈਨੂੰ ਫੜੀ ਨਾ। ਜਿਹੜਾ ਬੁਗਲਾ ਹੈ ਉਹ ਹੁਣ ਤੱਕ ਵੀ, ਮੈਂ ਕਹਿੰਦਾ ਜਵਾਨੀ ਹੈ ਵੀ ਕਿਹੜਾ ਮੁੜ ਕੇ ਜਵਾਨੀ ਕਿਤੇ ਫੇਰ ਆ ਜੇ ਤਾਂ ਮੈਂ ਫੇਰ ਉਹਦਾ ਸਹਾਰਾ ਤੱਕਦਾ ਹੈ, ਉਹਦੀ ਖੁਦਾ ਦੀ ਮਨਜ਼ੂਰੀ ਮੰਗਦਾ ਵੀ ਸੱਚਾ ਪਾਤਸ਼ਾਹ ਕਿਹਨਾਂ ਦੇ ਕੌਡੀ ਪਾਉਣਾ। ਜੇ ਕੌਡੀ ਪਾ ਕੇ ਮੈਂ ਐਕਸ਼ਨ ਕਰਕੇ ਖੜਦਾ ਹੈ, ਮੇਰਾ ਮਨ ਤਾਂ ਡੋਲਦਾ ਵੀ ਯਾਰ ਇਹ ਬੰਦਿਆਂ ਨੂੰ ਕੁਝ ਕਿਹਾ ਤਾਂ ਨਹੀਂ ਵੀ ਫੜੇ ਆ, ਇਹ ਬੰਦੇ ਭੱਜੇ ਕਿਉਂ ਨਹੀਂ। ਕਈ ਵਾਰੀ ਮੈਂ ਉਹਨਾਂ ਨੂੰ ਪੁੱਛ ਵੀ ਲੈਣਾ, ਬਾਈ ਵੀਰੇ ਵੀ ਤੁਸੀਂ ਭੱਜੇ ਕਿਉਂ ਨਹੀਂ ਮੰਗ ਰਹੇ। ਉਹ ਕਹਿੰਦੇ ਬਾਪੂ ਡਰ ਜਾਂਦੇ ਆ ਵੀ ਕਿਤੇ ਸਿੱਟ ਕੇ ਕਿਤੇ ਬਾਂਹ ਬੂਹ ਸਾਡੀ ਲੱਤ ਬਾਂਹ ਨਾ ਤੋੜਦੀ। ਮੈਂ ਕਿਹਾ ਕਾਹ ਤੋਂ ਮੈਂ ਤੋੜ ਦੂੰ ਯਾਰ, ਮੈਂ ਕਮਲਾ, ਮੈਂ ਤਾਂ ਹੁਣ ਜ਼ਿੰਦਗੀ 'ਚ ਮੈਂ ਨਹੀਂ ਕਿਹਾ ਯਾਰ ਕੋਈ ਗੱਲ ਨਹੀਂ, ਦਿਮਾਗ ਨਾ ਫੜੋ ਜ਼ੋਰ ਲਾ ਕੇ, ਯਾਰ ਮੈਂ ਵੀ ਪਲੇਅਰ ਹੈ, ਜੇ ਤੁਸੀਂ ਨਾ ਫੜਿਆ ਤੇ ਇੱਥੇ ਤੁਹਾਡੀ ਜਮੀ ਜ਼ੀਰੋ ਹੋ ਜਾਓਗੇ ਯਾਰ, ਲਾਈਫ ਬਾਹਰ ਚਲੀ ਜਾਂਦੀ ਹੈ। ਉਹ ਕਹਿੰਦੇ 15 ਕਰੀਏ ਕੀ ਵੀ ਤੇਰੇ ਨਾਲ ਜਿਹੜੇ ਬੰਦੇ ਆ ਸਾਰੇ ਸਿਰਾ ਵੀ ਕੋਈ ਰਹਿਣ ਦਾ ਟੀਚੇ ਹੀ ਨਹੀਂ। ਮੈਂ ਕਹਿੰਦਾ ਪਰ ਇੱਕ ਵਾਰ ਬੁਗਲੇ ਨੇ ਕਿਸੇ ਪਲੇਅਰ ਦੀ ਲੱਤ ਵੀ ਤੋੜੀ ਹੋਈ ਹੈ, ਉਸ ਤੋਂ ਬਾਅਦ ਬੜਾ ਦਿਲ ਵਿੱਚ ਆਇਆ ਸੀ, ਤਰਸ ਬੜਾ ਆਇਆ ਉਹਦੇ ਤੇ, ਉਹਨੂੰ ਆਪਣੇ ਪੈਸੇ ਵੀ ਦੇ ਦਿੱਤੇ ਕਿ ਯਾਰ ਮੈਂ ਮਾੜੀ ਕੀਤੀ। ਹਾਂ ਮਾੜੀ ਹੋਈ, ਕਿਉਂ ਹੋਈ? ਉਹ ਮਤਲਬ ਥੋੜਾ ਜਿਹਾ ਭੜਕ ਗਿਆ, ਛੋਟੀ ਉਮਰ ਸੀ ਉਹਦੀ, 40 ਸਾਲ ਦੀ ਉਮਰ ਆ ਜੀ, ਨਹੀਂ ਸੀ ਭਲਵਾਨ ਸੀ। ਮੈਂ ਕਿਹਾ ਹਰਦੀਪ ਆ ਦੇਖ ਤੂੰ ਬਾਰ-ਬਾਰ ਮੇਰੇ ਮੂਹਰੇ, ਉਹ ਅੰਮ੍ਰਿਤਸਰ ਦਾ ਮੈਚ ਸੀ ਮੇਰਾ, ਤੇ ਮੈਨੂੰ ਉਹਨਾਂ ਟੀਮ ਨੇ ਸੱਦ ਲਿਆ। ਮੈਨੂੰ ਹੁਣ ਪਤਾ ਨਹੀਂ ਸੀ ਕਮੇਟੀ ਬਾਰੇ, ਕਮੇਟੀ ਨੇ ਮੈਨੂੰ ਲਾਲਚ ਦੇ ਕੇ ਸੱਦ ਲਿਆ। ਮੈਂ ਉਦੋਂ ਪਹਿਲਾਂ ਤਾਂ 5 ਰੁਪਏ ਮੰਗੀ ਗਿਆ। ਫਿਰ ਮੈਂ ਕਿਹਾ ਯਾਰ ਤੁਸੀਂ ਛੋਟੀ ਉਮਰ ਕਢਾਉਂਗੇ, ਉਹ ਯਾਰ ਤੂੰ ਕਢਾ ਲਾ। ਮੈਂ ਕਿਹਾ ਕੋਈ ਗੱਲ ਹੀ ਨਹੀਂ। ਤੇ ਭਾਣੋ ਪਿੰਡਾ ਹਰਦੀਪ ਦਾ, ਤੇ ਕੁਦਰਤ ਨੇ ਐਸਾ ਨਿਯਮ ਹੋਇਆ ਤੇ ਮੈਨੂੰ ਉਹ ਜੱਫੇ ਲਾ ਗਿਆ ਸੀ। ਪਹਿਲਾਂ 2-3 ਵਾਰੀ ਫੜ ਗਿਆ ਸੀ ਉਹ, ਤੇ ਉਹਦੇ ਮਨ 'ਚ ਉਹੀ ਡਬਕ ਸੀ ਤੇ ਵੀ ਇਹਨੂੰ ਮੈਂ ਅੱਜ ਵੀ ਬੁਗਲੇ ਨੂੰ ਭੱਜਣ ਨਹੀਂ ਦਿੰਦਾ। ਮੇਰੀ ਤਿਆਰੀ ਬਹੁਤ ਸੀ, ਪ੍ਰਮਾਤਮਾ ਕੰਨਿਓ ਮੈਂ ਬੜੀ ਅਰਦਾਸ ਕਰੀ ਸੀ, ਤੇ ਉਹ ਵੀ ਬੰਦੇ ਚੁੱਕ ਕੇ ਆਏ ਸੀ। ਅਸੀਂ ਤਾਂ 8 ਹੀ ਸੀ ਤੇ ਉਹ ਤਾਂ 15 ਬੰਦੇ ਸੀ। ਉਹਨਾਂ ਨੇ ਗੁਰਦਾਸਪੁਰ, ਅੰਮ੍ਰਿਤਸਰ ਦਾ ਵਰਗੇ ਸਾਰੇ ਪਾਰਟੀਆਂ ਇਕੱਠੀਆਂ ਹੋਈਆਂ ਸੀ। ਉਹਨਾਂ ਨੇ ਅੱਜ ਇਹ ਸੀ ਵੀ ਬੁਗਲੇ ਨੂੰ ਜ਼ੀਰੋ ਕਰ ਦਿਓ, ਹੋਰ ਸਾਰੀ ਦੁਨੀਆ ਭੱਜੇ, ਬੁਗਲੇ ਨੂੰ ਭੱਜਣਾ ਦਿਓ। ਪਰ ਕੁਦਰਤ ਮੈਂ ਖੜਾ ਰਿਹਾ ਸੀ, ਮੈਂ ਖੜਾ ਸੀ ਆਰਾਮ ਨਾਲ, ਤੇ 4 ਮੇਰੇ 3 ਰੇਡਰ ਗਏ, 3 ਭੱਜੇ ਆਏ। ਤੇ ਮੈਂ ਆਖਿਆ ਯਾਰ ਤੁਸੀਂ ਕੌਡੀਆਂ ਪਾ ਲਓ। ਕਮੇਟੀ ਕਹਿੰਦੀ ਨਹੀਂ ਯਾਰ ਕੌਡੀ ਤੈਨੂੰ ਪਾਉਣੀ ਪਊਗੀ। ਮੈਂ ਕਿਹਾ ਚਲੋ ਖੁਦਾ ਦੀ ਮਨਜ਼ੂਰੀ ਮੰਗੀ, ਜੱਸਾ ਕੌਡੀ ਪਾ ਕੇ ਆ ਤੇ ਮੈਂ ਉਹਦੀ ਕੌਡੀ ਚੱਲ ਪਿਆ। ਮੈਂ ਖੜਿਆ ਪਰਮਾਤਮਾ ਮੂਹਰੇ ਅਰਦਾਸ ਕਰੀ ਵੀ ਸੱਚਾ ਪਾਤਸ਼ਾਹ ਬੈਰੀ ਦਾ ਮੂਹਰੇ ਖੜਾ ਹੈ, ਇਹ ਤਾਂ ਫੜੂਗਾ। ਕੋਈ ਪਤਾ ਸੀ ਮੈਨੂੰ ਪੈਂਦਾ ਉਹ ਭੱਜ ਕੇ, ਪਰ ਨਹੀਂ, ਮੈਂ ਉਹਨੂੰ ਐਂ ਝਾਤੀ ਮਾਰ ਕੇ ਜਰੱਕ ਦੇਣੇ, ਦੂਜੇ ਉਹਦਾ ਮੰਮਾ ਟੱਚ ਕਰਕੇ ਭੱਜ ਲਿਆ। ਕਿਹੜਾ ਤਾਂ ਉਹਨੇ ਕਿਹਾ ਵੀ ਨਹੀਂ, ਮੈਂ ਟੱਚ ਨਹੀਂ ਹੋਇਆ। ਮੈਂ ਹੱਸਿਆ, ਮੈਂ ਕਿਹਾ ਨਹੀਂ ਟੱਚ ਹੋ ਗਿਆ। ਤੇ ਰੈਫਰੀ ਨੇ ਵੀ ਇਸ਼ਾਰਾ ਦਿੱਤਾ, ਉਹਨੇ ਆਖਿਆ ਮਨਾ ਖੜਾ ਹੈ ਤਾਂ ਆਰਾਮਦਾਰੀ ਨਾਲ ਵੀ ਇਹ ਭੱਜੇ ਹੀ ਨਹੀਂ। ਉਹਨੇ ਆਖਿਆ ਵੀ ਹੁਣ ਕੈਂਚੀ ਪਾ ਕੇ ਫਿਰ ਫੜ ਦੂੰ। ਮੈਂ ਖੜਾ ਹੀ ਸੀ। ਜਦੋਂ ਮੈਨੂੰ ਫੜਨ ਲੱਗਿਆ ਤੇ ਮੈਂ ਉਹਦੇ ਐਂ, ਮੇਰਾ ਡੌਲਾ ਹੱਥ 'ਚ ਆ ਗਿਆ, ਮੈਂ ਲੱਤ ਮੂਹਰੇ ਕਰਕੇ ਉਹਨੂੰ ਐਂ ਮੂੰਹ ਪਰਨੇ ਮਾਰਿਆ, ਉਹ ਮੂੰਹ ਪਰਨੇ ਇਸ ਲੱਤ ਟੁੱਟ ਗਈ ਉਹਦੀ, ਉਹਦੇ ਸਰੀਆਮ ਨਹੀਂ ਪਿਆ। ਓਹੋ, ਮੈਂ ਲੋਕਾਂ ਤੋਂ ਮੰਗ ਰੁਪਏ ਦਿੱਤੇ, ਪਰ ਉਹ ਜ਼ਿੰਦਗੀ 'ਚ ਮੇਰੇ ਇੱਕ ਜ਼ਿੰਦਗੀ ਸੱਟ ਲਾਈ ਕਰਕੇ ਮੇਰਾ ਮਨ 'ਚ ਬਾਰ-ਬਾਰ ਆਉਂਦਾ ਰਿਹਾ। ਹੁਣ ਮੈਂ ਉਹਨੂੰ ਕਿਹਾ ਵੀ ਚੱਲ ਮੈਂ ਤੈਨੂੰ ਡਬਈ ਤੋੜ ਦਿੰਦਾ, ਵੀ ਡਬਈ ਦੇ ਮੇਰੇ ਕੋਲ 10 ਵੀਜ਼ੇ ਆ, ਚੱਲ ਮੈਂ ਤੈਨੂੰ ਡਬਈ ਤੋੜ ਦਿੰਦਾ। ਉਹ ਮੇਰੇ ਕੋਲੇ ਆਏ, ਨਰਫਤ ਹੀ ਮੰਨ ਗਿਆ ਉਹ ਵੀ ਮਨਾ ਕਿਹੜੇ ਡਬਈ, ਜਾਨ ਨਹੀਂ ਚਲਾ ਲਈ ਸੀ। ਹੁਣ ਮੈਂ ਉਹਨੂੰ ਡਬਈ ਦਾ ਮੈਂ ਸੱਤਾ ਸੀ ਵੀ ਚੱਲ ਤੈਨੂੰ ਡਬਈ ਤੋੜ ਦਿੰਦਾ, ਵੀ ਮੈਂ ਤਾਂ ਜਾਣਾ ਨਹੀਂ ਡਬਈ 'ਚ, ਵੀ ਉੱਥੇ ਤੇਰਾ 20-30 ਹਜ਼ਾਰ ਰੁਪਇਆ ਬਣੀ ਜਾਊ, ਵੀ ਯਾਰ ਤੂੰ ਗਰੀਬ ਬੰਦਾ, ਚੱਲ ਠੀਕ ਆ, ਸੱਟ ਲੱਗਣ ਲੱਗ ਗਈ, ਤੈਨੂੰ ਡਬਈ ਤੋੜ ਦੇਣਾ। ਮੈਂ ਤਾਂ ਹੁਣ ਉਹਦਾ ਇਹੀ ਕਰ ਸਕਦਾ। ਚੱਲ ਮੈਂ ਕਿਸੇ ਨੂੰ ਕਹਾ ਕੇ ਉਹਨੂੰ ਡਬਈ ਤੋੜ ਦਿੰਦਾ ਵੀ ਚੱਲ ਗਰੀਬ ਬੰਦਾ ਤੂੰ ਲੈ ਜਾਓ ਨਾਲੇ ਨੂੰ, ਮੇਰੇ ਕਹੇ ਤੋਂ ਲੈ ਜਾਂਦੇ, ਕਿਉਂ ਉਹ ਡਬਈ ਵਾਲੇ ਬੰਦੇ ਮੇਰੇ ਮਿੱਤਰ ਨੇ। ਪਰ ਜਿਹੜੇ ਮੇਰੇ ਨਾਲੋਂ ਪਲੇਅਰ ਗਏ ਆ, ਸਿਰਫ ਇੱਕ ਜਮੇਰ ਜਲਾਲ, ਇਹ ਗਾਜੀਆਂ ਨੇ ਕਾਲਾ, ਇੱਕ ਜੀਤ, ਉਹਨਾਂ ਬੰਦਿਆਂ ਨੇ ਮੇਰੀ ਰਿਸਪੈਕਟ ਕਰੀ ਆ, ਮੈਨੂੰ ਪੈਸੇ ਵੀ ਪਾ ਆਉਂਦੇ ਆ। ਤੇ ਪਰ ਹੋਰ ਬੰਦੇ ਜਾਂ ਹੁਣ ਜਿਵੇਂ ਇੱਥੇ ਸੀ ਬਾਈ ਪੁਲਿਸ ਵਾਲੇ ਸੀ ਇੱਥੇ, ਉਹਨਾਂ ਬੰਦਿਆਂ ਨੇ ਵੀ ਮੇਰੀ ਸੱਦ ਕੇ ਮੈਨੂੰ 11,000 ਦਾ ਸਲਵੰਤ ਕਰਿਆ। ਫਿਰ ਇੱਕ ਬਾਹਰੋਂ ਬੰਦੇ ਆਏ ਸੀ, ਜੱਸਾ ਤੇ ਜੀਤ,
ਉਹਦਾ ਪਿੰਡ ਸੀ ਕਾਲੇ ਕੇ। ਉਹਨਾਂ ਨੇ ਮੈਨੂੰ 21,000 ਨਾਲ ਸਨਮਾਨਿਤ ਕਰਿਆ। ਕਹਿੰਦੇ ਯਾਰ ਵੀਰੇ, ਮੈਂ ਕਿਹਾ ਵੀਰੇ ਮੈਨੂੰ ਦਿੰਨੇ ਕਾਹ ਦੇ ਰੁਪਈਏ? ਕਹਿੰਦੇ ਅਸੀਂ ਤੈਨੂੰ ਉੱਥੇ ਸਹੁੰ ਪਾ ਕੇ ਆਏ ਵੀ ਤੈਨੂੰ ਰੁਪਈਏ ਜ਼ਰੂਰ ਦੇਣੇ ਆ। ਮੈਂ ਕਿਹਾ ਕੋਈ ਨਹੀਂ ਯਾਰ, ਬੈਠੋ ਕਰੋ, ਕੋਈ ਪੈਸੇ ਦੀ ਕਿਹੜੀ ਗੱਲ ਆ, ਪੈਸੇ ਨਾਲ ਥੋੜ੍ਹਾ ਵਰਤਣਾ। ਕਹਿੰਦੇ ਨਹੀਂ ਬਾਈ, ਅਸੀਂ ਤੈਨੂੰ ਤੇਰੀ ਮਦਦ ਕਰ ਰਹੇ, ਗਰੀਬ ਬੰਦਾ ਯਾਰ ਤੂੰ। ਮੈਂ ਕਿਹਾ ਠੀਕ ਹੈ ਯਾਰ, ਜੇ ਤੁਸੀਂ ਮੇਰੀ ਮਦਦ ਕਰਦੇ ਹੋ ਚੱਲ ਠੀਕ ਹੈ, ਮੈਂ ਲੈ ਲੈਂਦਾ। ਤੇ ਅੱਜ ਕਹਿੰਦੇ ਖੇਡਦਾ ਕਿਉਂ ਨਹੀਂ? ਅੱਜ ਮੈਂ ਖੇਡਦਾ ਯਾਰ, ਮੇਰਾ ਮੈਂ ਬੁਖਾਰ ਆ, ਮੈਨੂੰ ਟਾਈਫਾਈਡ ਹੋਇਆ। ਉਹ ਖੇਡਣ ਤੇ ਮੈਨੂੰ ਕਹਿੰਦੇ ਤੁਹਾਨੂੰ ਹੋਰ ਵੀ ਰੁਪਏ ਦੇ ਦਿਆਂਗੇ। ਮੈਂ ਕਿਹਾ ਨਹੀਂ, ਅੱਜ ਮੈਂ ਖੇਡਣਾ ਨਹੀਂ। ਇੱਥੇ ਮੇਰਸੋਂ ਵਾਲਾ ਕੋਡ ਆ, ਉੱਥੇ ਖੇਡੇ ਸੀ ਮੇਰੇ ਨਾਲ ਦੀ ਟੀਮ, ਤੇ ਮੈਂ ਬਿਮਾਰ ਸੀ। ਉਹ ਬੰਦੇ ਮੈਨੂੰ ਬਹੁਤ ਜ਼ੋਰ ਲਾਇਆ, ਕਹਿੰਦੇ ਸਾਨੂੰ ਗੇਮ ਦਿਖਾ ਲਈ, ਅਸੀਂ ਬਾਹਰੋਂ ਆਏ ਹਾਂ। ਮੈਂ ਕਿਹਾ ਪੁੱਤ ਮੈਂ ਬਿਮਾਰ ਆ, ਬੰਦੇ ਸੈੱਟ ਆ ਬੜਾ ਤਕੜਾ, ਮੈਨੂੰ ਫੜ ਜੂ ਇਹ। ਤੇ ਅੱਜ ਮੈਂ ਬਿਮਾਰ ਆ, ਬਿਮਾਰ ਨਾ ਹੁੰਦਾ ਕਿਸੇ ਨੂੰ ਮੈਚ ਮੈਂ ਕੋਈ ਨਹੀਂ ਖੇਡਦੇ ਰਹਿੰਦਾ। ਤੇ ਮੈਨੂੰ ਪਰ 21,000 ਰੁਪਇਆ ਦੇ ਕੇ ਗਏ। ਫਿਰ ਇੱਕ ਸ਼ੇਰਪੁਰਾ ਦਾ ਮੁੰਡਾ ਕਰਤੇਜ ਆ, ਉਹਦਾ ਮਤਲਬ ਭਾਣਜਾ ਸੁਖਮਨ, ਉਹ ਮੰਡੀਲਾ 'ਚ ਨੂੰ, ਉਹ ਮੈਨੂੰ ਮੰਡੀਲਾ 'ਚੋਂ ਫੋਨ ਕਰਦੇ ਰਹੇ। ਸੁਖਮਨ ਮੈਨੂੰ ਫੋਨ ਕਰਦਾ ਰਿਹਾ ਵੀ ਨਾਨਾ ਜੀ ਤੁਸੀਂ ਕਿੱਥੇ ਖੇਡਦੇ ਹੋ, ਕਿੱਥੇ ਤੁਹਾਡਾ ਪਿੰਡ ਆ? ਮੈਂ ਕਹਿੰਦਾ ਰਹਿੰਦਾ ਸੀ ਉਹਨਾਂ ਨੂੰ ਵੀ ਬੇਟੇ ਮੇਰਾ ਪਿੰਡ ਤਾਂ ਤੇਰੇ ਨਾਨਕਿਆਂ ਕੋਲ ਹੀ ਹੈ, ਮੈਂ ਜਦੋਂ ਆਇਆ ਤੈਨੂੰ ਪੈਸੇ ਦੇ ਕੇ ਜਾਊਂ। ਮੈਂ ਸੋਚਣਾ ਵੀ ਦੇਖ ਨਿੱਕਾ ਜਿਹਾ ਬੱਚਾ ਹੈ, ਮੇਰੇ ਨਾਲ ਕਿੰਨਾ ਪਿਆਰ ਕਰਦਾ, ਮੈਂ ਤੇਰੀ ਲਾਈਫ ਦਿੰਦਾ ਰਹਿੰਦਾ। ਮੈਂ ਕਿਹਾ ਜਦ ਕੋਈ ਨਹੀਂ, ਲਾਈਫ ਤਾਂ ਦੇਖ ਲੈਂਦਾ ਬੇਟੇ, ਚੱਲ ਕੋਈ ਨਹੀਂ ਤੂੰ ਪੜ੍ਹ ਲਿਖ ਲਾ, ਨਹੀਂ ਤੈਨੂੰ ਨਾਨਾ ਜੀ ਜ਼ਰੂਰ ਮਿਲ ਕੇ ਜਾਊਂ। ਫਿਰ ਉਹ ਮੈਨੂੰ ਆਇਆ ਤੇ 21,000 ਨਾਲ ਮੈਨੂੰ ਸਨਮਾਨਿਤ ਕਰਕੇ ਗਿਆ। ਉਹ ਇੱਥੇ ਮੈਂ ਗਰੀਬ ਬੰਦਾ, ਚਲੋ ਮੈਂ ਉਹ ਕਿਹਾ ਵੀ ਬੱਚਾ ਹੈ। ਉਹ ਕਰਤੇਜ ਕਹਿੰਦਾ ਨਹੀਂ ਯਾਰ, ਅਸੀਂ ਤੈਨੂੰ ਰੁਪਈਏ ਦੇ ਕੇ ਜਾਣਾ। ਉਹਦਾ ਮੁੰਡਾ ਮਾਮਾ ਕਹਿੰਦਾ, ਉਹਦਾ ਮਾਮਾ ਮੈਨੂੰ ਜਾ ਕੇ ਸਨਮਾਨਿਤ ਕਰਿਆ, ਰਸੀਕੇ ਧੂਰਕੋਟ ਹੈ, ਉੱਥੇ ਮੈਨੂੰ ਸਨਮਾਨਿਤ ਕਰਿਆ ਉਹਨੇ 21,000 ਨਾਲ। ਤੇ ਮੈਂ ਉਹਨੂੰ ਕਿਹਾ ਵੀ ਠੀਕ ਹੈ ਯਾਰ, ਮੈਂ ਖੇਡਦਾ ਤਾਂ ਠੀਕ ਹੈ, ਮੈਂ ਗੇਮ ਲੋਕਾਂ ਲਈ ਬਣਾਈ ਸੀ, ਲੋਕਾਂ ਨੂੰ ਦਿਖਾਉਣ ਦੀ ਖਾਤਰ, ਮੈਂ ਘਰ ਦੀ ਖਾਤਰ ਨਹੀਂ। ਜੇ ਮੈਂ ਕੋਈ ਲੋਕਾਂ ਦੇ ਵੀ ਠੱਗੀ ਚੋਰੀ ਲਈ ਨਹੀਂ। ਸਾਡੇ ਜ਼ਮਾਨੇ ਸਾਈਕਲ ਵੀ ਹੈ ਨਹੀਂ ਸੀ। ਇੱਕ ਵਾਰੀ ਅਸੀਂ ਲਿਆਏ ਸ਼ੀਟਾਂ ਵਾਲੇ ਤੋਂ, ਉਹ ਸਾਨੂੰ ਬੈਗ ਦੇਤੇ। ਉਹ ਬੈਗਾਂ ਦੇ ਮੇਰੇ ਤਾਂ ਕੀ ਕੰਮ ਸੀ, ਮੇਰੇ ਨਾਲ ਪੜ੍ਹੇ ਲਿਖੇ। ਮੈਂ ਤੁਸੀਂ ਬੈਗ ਲਿਓ ਯਾਰ, ਮੈਂ ਤਾਂ ਬੈਗ ਕੀ ਕਰਨਾ, ਮੈਂ ਤਾਂ ਲਾਉਣੀ ਨਹੀਂ ਜਾਣਾ। ਜਿੱਤ ਨੂੰ ਆਖਿਆ ਮੇਰੇ ਕੋਲ ਤਾਂ ਕੱਲਾ ਨਗੋਟਾ ਹੁੰਦਾ। ਮੈਂ ਕਿਹਾ ਉਹ ਮੇਰੀ ਲੱਤ ਨੂੰ ਬੰਨਿਆ ਹੁੰਦਾ ਯਾਰ, ਤੂੰ ਮੈਂ ਕੀ ਬੈਗ ਕਰਨੇ ਆ? ਸ਼ੀਟਾਂ ਵਾਲੇ ਤੋਂ ਬੈਗ ਲਿਆ ਸੀ, ਉਹ 55 ਰੁਪਏ ਨੇ ਉਹਨਾਂ ਟਾਈਮਾਂ 'ਚ। ਤੇ ਬਸ ਜਵਾਨਾ ਘੁੰਮੀ ਗਿਆ ਜਵਾਨਾ, ਪਰ ਮੈਂ ਸਤਜੁਗ ਜੰਮਿਆ ਸੀ, ਹੁਣ ਕਲਯੁਗ ਆ ਗਿਆ। ਮੈਂ ਅੱਜ ਦਾ ਜਿਹੜਾ ਯੁੱਗ, ਜਿਸ ਤਰ੍ਹਾਂ ਕਹਿ ਰਹੇ ਹੋ ਕਲਯੁਗ ਆ ਗਿਆ ਹੈ, ਅੱਜ ਕੱਲ੍ਹ ਦੇ ਜਿਹੜੇ ਕਬੱਡੀ ਖਿਡਾਰੀ ਨੇ, ਯੰਗਸਟਰਸ ਨੇ, ਨਵੇਂ ਮੁੰਡੇ ਕਬੱਡੀ ਵਿੱਚ ਆ ਰਹੇ ਨੇ, ਟੀਕੇ ਲੱਗ ਰਹੇ ਨੇ, ਡੱਬੇ ਖਾਧੇ ਜਾ ਰਹੇ ਨੇ। ਕਈ ਪ੍ਰਮੋਟਰਸ ਸਾਫ਼ ਤੌਰ ਤੇ ਹੀ ਕਹਿ ਦਿੰਦੇ ਨੇ ਕਿ ਸਾਨੂੰ ਕੱਪ ਤੋਂ ਮਤਲਬ ਹੈ, ਜਿਹੜਾ ਮਰਜ਼ੀ ਤਰੀਕਾ ਅਪਣਾਓ ਕਬੱਡੀ ਖੇਡਣ ਦੇ ਦੌਰਾਨ, ਚਾਹੇ ਟੀਕੇ ਲਾਓ, ਚਾਹੇ ਡੱਬੇ ਖਾਓ, ਪਰ ਸਾਨੂੰ ਕੱਪ ਤੋਂ ਮਤਲਬ ਹੈ। ਇਹ ਕਲਯੁਗ ਦੇ ਇਸ ਸਮੇਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਐਂ ਸੀ ਬੇਟੇ, ਮੈਂ ਨਾ ਉਹਨਾਂ ਦੇ ਐਂਡ 'ਚ ਹੀ ਨਹੀਂ ਆਇਆ, ਉਹਨਾਂ ਕੋਚਾਂ ਕੋਲ ਹੀ ਨਹੀਂ ਗਿਆ ਵੀ ਮੈਨੂੰ ਕੱਪ ਚੱਕਣ ਦੀ ਲੋੜ ਆ, ਜਾਂ ਮੈਂ ਉਹਨਾਂ ਪ੍ਰਮੋਟਰਾਂ ਕੋਲ ਹੀ ਨਹੀਂ ਗਿਆ। ਮੈਂ ਕਿਹੜਾ ਬਾਹਰ ਜਾਣਾ ਸੀ? ਮੈਂ ਉਹਨਾਂ ਦੇ ਆਖੇ ਤਾਂ ਹੀ ਲੱਗਦਾ ਵੀ ਨਸ਼ਾ ਕਰਾਂ। ਤੇ ਮੈਂ ਪਰਮਾਤਮਾ ਨੇ ਮੈਨੂੰ ਦਾਤ ਹੀ ਬਹੁਤ ਤਗੜੀ ਬਖਸ਼ੀ ਸੀ। ਪਰ ਮੈਂ ਨਹੀਂ ਕਹਿੰਦਾ ਵੀ ਉਹ ਕਹਿੰਦੇ ਆ ਕੱਪ ਚੱਕਣਾ, ਪਰ ਮੈਨੂੰ ਗੱਲ ਉਹ ਵਧੀਆ ਨਹੀਂ ਲੱਗਦੀ। ਕਿਉਂ? ਜਿਹੜੇ ਤਕੜੇ ਪਲੇਅਰ ਆ ਤਾਂ ਤਕੜੇ ਹੀ ਨਾ, ਉਹਦਾ ਬਾਰ-ਬਾਰ ਤੁਸੀਂ ਦੇਖੀ ਜਾਂਦੇ ਹੋ ਵੀ ਬਾਰ-ਬਾਰ ਉੱਤੇ ਹੀ ਆ ਜਾਂਦੇ ਆ। ਉਹ ਮਾੜੇ ਹੀ ਹੈ, ਮਾੜੇ ਪਲੇਅਰ ਮਾੜੇ ਆ, ਜੇ ਤਕੜੀ ਖੇਡੀ ਜਾਂਦੇ ਆ। ਮਾੜੇ ਤਾਂ ਮੈਨੂੰ ਲੱਗਦੇ ਨਹੀਂ ਖੇਡਦੇ। ਹੁਣ ਮੈਂ ਵੀ ਰੋਜ਼ ਕੱਪਾਂ 'ਤੇ ਜਾਂਦਾ, ਪਰ ਨਹੀਂ, ਤਕੜੀ ਖੇਡੇ, ਮਾੜਿਆਂ ਦਾ ਟਾਈਮ ਹੀ ਨਹੀਂ ਮਿਲ ਰਿਹਾ। ਜੇ ਆਉਂਦੇ ਆ ਤਾਂ ਠੀਕ ਆ, ਵਿਚਾਰੇ ਪਿੱਛੇ ਛੁੱਟੀ ਕਰਕੇ ਮੁੜ ਜਾਂਦੇ ਆ, ਚਲੋ। ਤੇ ਪਰ ਪਲੇਅਰ ਵੱਧ ਬਹੁਤ ਗਿਆ, ਇੰਨਾ ਪਲੇਅਰ ਮੈਂ ਦੇਖਿਆ ਨਹੀਂ। ਜਿੰਨੀ ਕਿ ਸਾਡੇ ਵੇਲੇ ਪਲੇਅਰ ਤਾਂ ਐਵੇਂ 5-4 ਟੀਮਾਂ ਹੁੰਦੀਆਂ ਸੀ, ਪਰ ਹੁਣ ਤਾਂ ਮੈਂ ਪਤਾ ਨਹੀਂ ਪਤੰਦਰ 2-2 ਮੀਲ 'ਤੇ ਖੜ੍ਹ ਜਾਂਦੇ ਆ। ਉਹ ਲਾਉਂਸਰ ਬੋਲੀ ਜਾਂਦਾ, ਉਹ ਫਲਾਣੇ ਪਿੰਡ ਵਾਲੇ ਆ ਜੋ, ਰਾਤ ਸਾਰੀ ਰਾਤ ਹੀ ਲੰਘ ਜਾਂਦੀ ਹੈ। ਇਹ ਕਿਹੜੀ ਗੇਮ ਹੈ, ਸਾਰੀ ਰਾਤ ਹੀ ਲੰਘ ਗਈ। ਪੋਹ ਮਾਘ ਦਾ ਮਹੀਨਾ ਹੈ, ਤੁਸੀਂ ਜਿਹੜੇ ਖੇਡਣਾ 8 ਟੀਮਾਂ ਸੱਦ ਲਓ, 10 ਟੀਮਾਂ ਸੱਦ ਲਓ, ਨਹੀਂ। ਉਹ ਸਹੁਰੇ ਪੱਟੀਆਂ ਪੁੱਟੀਆਂ ਕਰਕੇ ਦੂਰੋਂ ਆਉਂਦੇ ਆ, ਡਿੱਗਦੇ ਪੈਂਦੇ ਭੱਜੇ ਆਉਂਦੇ ਆ। ਮੈਂ ਹੈਰਾਨ ਮੰਨਦਾ ਵੀ ਮੈਂ ਤਾਂ ਇੱਕ ਖੇਡੀ ਨਹੀਂ ਯਾਰ, ਅਸੀਂ ਤਾਂ ਕੋਲ ਹੀ ਰਹਿੰਦੇ ਬੈਠੇ, ਉੱਥੇ ਕੋਲ ਹੀ ਬੈਠੇ ਰਹਿੰਦੇ। ਜਦੋਂ ਸਾਡਾ ਨਾਮ ਬੋਲਤਾ ਉਹਦੀ ਕਹਿੰਦੇ ਵੀ ਆ ਜਾਓ। ਪਹਿਲਾਂ ਤਾਂ ਉਧਰ ਨੂੰ ਜਾਂਦੇ ਆ, ਫਿਰ ਕਹਿੰਦੇ ਟੀਮ ਦਿਓ, ਬੁਗਲੇ ਨੂੰ ਸੱਦ ਲਓ, ਕਹਿੰਦੇ ਦਮ ਦਬਾ ਦੂਗਾ। ਮੈਂ ਤਾਂ ਦਮ ਦਬਾ ਦੂੰਗਾ। ਮੈਨੂੰ ਹੈਰਾਨੇ ਇਹ ਮੰਨਦੇ ਆ ਵੀ ਇੰਨੀ ਬਾੜ ਜਾਂਦੇ, ਬੱਸਾਂ ਟਰੱਕਾਂ ਦੂਰ ਖੜ੍ਹ ਜਾਂਦੇ ਹੋ, ਅਤੇ ਇਹ ਉਹ ਨੇੜੇ ਕਿਉਂ ਨਹੀਂ ਕਢਾਉਂਦੇ ਉਹਨਾਂ ਨੂੰ? ਫਿਰ ਬੋਲੀ ਜਾਂਦੇ ਲਾਉਂਸਰ ਫਲਾਨੀ ਟੀਮ ਆ ਜੋ, ਆਉਣ 'ਚ ਨਹੀਂ ਆਉਂਦੇ। ਉਹ ਨਾ ਕੱਢਦੇ ਆ ਉਹਨਾਂ ਨੂੰ, ਨਾ ਲੋਕਾਂ ਦਾ ਖੜਾ ਛੱਡਦੇ ਆ। ਮੈਂ ਤਾਂ ਹੈਰਾਨ ਇਹ ਗੱਲ ਨੂੰ ਮੰਨਦਾ ਵੀ ਠੀਕ ਆ, ਟੀਮ ਪਲੇਅਰ ਤਾਂ ਬਣ ਗਏ, ਪਰ ਲੋਕਾਂ ਦੇ ਲਈ ਪਲੇਅਰ ਲੋਕਾਂ ਦੀ ਦਿਲ ਖਿੱਚ ਬਣ ਗਿਆ। ਉਹ ਲੋਕਾਂ ਦੇ ਐਂਡ 'ਚ ਤਾਂ ਆਉਣ ਨਾ, ਲੋਕਾਂ ਦੇ ਕਵਰ 'ਚ ਤਾਂ ਰਹਿਣ, ਮੈਂ ਗੱਲ ਮੰਨਦਾ, ਪਰ ਨਹੀਂ। ਉਹ ਪਲੇਅਰ ਕੱਢਦੇ ਨਹੀਂ, ਉਹਨਾਂ ਕੱਢਦੇ ਕੋਈ ਨਹੀਂ, ਉਹਨਾਂ ਦੀ ਜਾਨ ਛੱਡਦੇ ਕੋਈ। ਰਾਤ ਦੇ 1-1 ਵੱਜ ਜਾਂਦੇ ਆ, 2-2 ਵੱਜ ਜਾਂਦੇ ਆ। ਮੈਂ ਹੈਰਾਨ ਮੰਨਦਾ, ਚਲੋ ਠੀਕ ਹੈ। ਫਿਰ ਮੇਰਾ ਕੋਈ ਬਹਾਦਰ ਰੋਗ ਤਾਂ ਹੈ ਨਹੀਂ ਵੀ ਮੈਂ ਕਹਿ ਦਿਆਂ ਵੀ ਤੁਸੀਂ ਯਾਰ ਕਿਉਂ ਨਹੀਂ ਆਉਂਦੇ। ਫਿਰ ਮੇਰੇ ਤਾਂ ਉਹ ਕਵਰ 'ਚ ਹੀ ਨਹੀਂ ਆਉਂਦੇ। ਪਰ ਕਮੇਟੀਆਂ ਟੀਮਾਂ ਮੰਗਾ ਲੈਂਦੀਆਂ, ਮੈਂ ਮੰਨਦਾ, ਪਰ ਨਹੀਂ, ਇਹ ਗੱਲ ਨਹੀਂ। ਕੁਛ ਤਾਂ ਕਮੇਟੀਆਂ ਜੀ ਘੱਟ ਹੈ। ਜੇ ਕਮੇਟੀਆਂ ਉਹਨੂੰ ਟੈਂਟ ਲਾਉਣ, ਉਹਨੂੰ ਟੈਂਟ 'ਚ ਬਿਠਾਉਣ ਵੀ ਇੱਥੇ ਬੈਠੇ ਰਹੋ ਭਾਈ, ਜਦੋਂ ਜਿਹੜੀ ਟੀਮ ਨੂੰ ਬਾਜ਼ ਮਾਰਾਂਗੇ ਅਸੀਂ ਉਹਨੂੰ ਸੱਦ ਲਾਂਗੇ। ਤੁਸੀਂ ਕਿਤੇ ਦੂਰੋਂ ਤੁਸੀਂ ਆਓ ਨਾ ਆਓ, ਅਸੀਂ ਡੀਕੀ ਜਾਂਦੇ, ਵੇਟ ਕਰੀ ਜਾਂਦੇ ਹਾਂ। ਪਰ ਨਹੀਂ, 25-25 ਮਿੰਟ ਇੱਕ ਟੀਮ ਹੀ ਆਉਣ 'ਤੇ ਲਾ ਦਿੰਦੀ ਹੈ। ਕਹਿੰਦੇ ਕਿਉਂ? ਮੈਂ ਝਾਕੀ ਜਾਂਦਾ, ਬੈਠਾ ਝਾਕੀ ਜਾਂਦਾ, ਹੈਰਾਨ ਕੋ। ਮੈਂ ਉੱਥੇ ਬੈਠਾ ਹੁੰਦਾ, ਮੈਂ ਕਹਿ ਤਾਂ ਸਕਦਾ ਨਹੀਂ ਕਿਸੇ ਨੂੰ ਕੁਛ ਵੀ ਸਹੁਰੇ ਜਦੋਂ ਖੇਡਣੀ ਆ ਗਏ, ਆਪਾਂ ਘਰ ਬਾਹਰ ਹੀ ਛੱਡਦਾ, ਖੇਡਣਾ ਹੀ ਹੈ। ਅਤੇ ਫਿਰ ਪਹਿਲਾਂ ਕਿਉਂ ਨਹੀਂ ਆਉਂਦੇ ਤੁਸੀਂ? ਕਈ ਤਾਂ ਆ ਕੇ 3 ਵਜੇ ਆਉਂਦੇ ਆ ਪਤੰਦਰ, ਕਈ 4 ਵਜੇ ਆਉਂਦੇ, ਕਹਿੰਦੇ ਰਾਹ 'ਚ ਆਉਂਦੇ ਆ, ਸਾਡੀ ਟੀਮ ਐਂਟਰ ਕਰ ਲਓ। ਮੈਂ ਸੋਚੀ ਜਾਂਦਾ ਰਹਿੰਦਾ
ਵੀ ਬੁਗਲਿਆ ਤੈਨੂੰ ਤਾਂ ਇਹ ਪਾਲੇ ਮਾਰਨਗੇ, ਬੁੜਾ ਆਦਮੀ ਹੈ, ਤੇਰਾ ਕੋਈ ਫੋਨ। ਮੈਂ ਫਿਰ ਹੌਲੀ ਕਿਤੇ ਨੇ ਜਾਣਾ ਮੂੰਹ ਢਿੱਲਾ ਜਾ ਕਰਕੇ, ਜੀ ਇਹ ਟੀਮਾਂ ਕੀ ਪਤਾ ਕਦੋਂ ਕਹਾਉਣਗੀਆਂ, ਮੈਂ ਗਰੀਬ ਬੰਦਾ, ਮੈਂ ਬੁੜਾ ਆਦਮੀ ਆ, ਮੈਨੂੰ ਕਢਾ ਦਿਓ। ਉਹ ਪਤੰਦਰਾ ਤੈਨੂੰ ਤਾਂ ਹੀ ਲੋਕ ਤੇਰੇ ਤੇਰੇ ਮਾਰੇ ਬੈਠੇ ਆ, ਮੇਰੇ ਮਾਰੇ ਬੈਠੇ ਤੇ ਮੈਨੂੰ ਫਿਰ ਕਢਾ ਦਿਓ, ਮੈਂ ਖਿੜ ਕੇ ਜਾਵਾਂ ਘਰ ਨੂੰ। ਅੰਨੇ ਨੇ ਆ। ਬੁਗਲੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਗਲਤੀਆਂ ਵੀ ਕੀਤੀਆਂ ਨੇ, ਸਲਾਖਾਂ ਦੇ ਪਿੱਛੇ ਵੀ ਕੁਝ ਸਮਾਂ ਕੱਟਣਾ ਪਿਆ। ਮੇਰੇ ਖਿਆਲ ਤਕਰੀਬਨ 8.5 ਸਾਲ ਬੁਗਲੇ ਨੂੰ ਸਲਾਖਾਂ ਪਿੱਛੇ ਕੁਝ ਸਮਾਂ ਕੱਟਣਾ ਪਿਆ, ਪਰ ਉਸ ਦੌਰਾਨ ਵੀ ਕਬੱਡੀ ਦਿਲ ਚੋਂ ਨਹੀਂ ਨਿਕਲੀ। ਡਾਈਟ ਵੀ ਉਹੀ ਲੈਂਦੇ ਰਹੇ ਹੋ ਜਿਹੜੀ ਪਹਿਲਾਂ ਲੈਂਦੇ ਸੀ, ਦੁੱਧ ਵੀ ਉਸੇ ਤਰ੍ਹਾਂ ਜਾਂ ਦੇਸੀ ਘਿਓ ਜਾਂ ਅੰਡੇ ਉਸੇ ਤਰੀਕੇ ਦੇ ਨਾਲ, ਕਿਉਂਕਿ ਦਿਮਾਗ ਵਿੱਚ ਉਹ ਬਿਠਾਇਆ ਹੋਇਆ ਸੀ ਕਿ ਬਾਹਰ ਜਾ ਕੇ ਵੀ ਕਬੱਡੀ ਨੂੰ ਹੀ ਸਮਾਂ ਦੇਣਾ ਹੈ, ਕਬੱਡੀ ਨੂੰ ਹੀ ਜਿਹੜਾ ਹੈ ਜੋ ਵੀ ਜ਼ਿੰਦਗੀ ਹੈ ਆਪਣੀ ਕਬੱਡੀ ਨੂੰ ਹੀ ਕੁਰਬਾਨ ਕਰਨੀ ਹੈ। ਤਾਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦਿਓ ਕਿ ਕਿਹੜੀ ਉਹ ਗਲਤੀ ਕੀਤੀ ਸੀ ਜਿਸ ਕਰਕੇ ਸਲਾਖਾਂ ਪਿੱਛੇ ਸਮਾਂ ਕੱਟਣਾ ਪਿਆ। ਉਹ ਐਂ ਸੀ ਵੀ ਅਚਾਨਕ ਤੌਰ ਤੇ, ਠੀਕ ਆ ਹੁਣ ਮੈਨੂੰ ਉਹ ਕਰੇਮ ਦੇ ਵਿੱਚ ਕਢਾਤਾ, ਪਰ ਨਹੀਂ ਚਲੋ ਜਾਂ ਜ਼ੁਲਮ ਕਰਿਆ ਜਾਂ ਉਹਨੂੰ ਕਾਨੂੰਨ ਨੂੰ ਪਤਾ ਜਾਂ ਮੈਨੂੰ ਪਤਾ, ਕਾਨੂੰਨ ਮੂਹਰੇ ਹਰ ਬੰਦਾ ਪਾਉਣਾ ਹੈ। ਮੈਂ ਸਮਝੌਤਾ ਕਰ ਲਿਆ ਕਾਨੂੰਨ ਨਾਲ, ਚਲੋ ਵੀ ਚਲੋ ਆਪਾਂ ਨੂੰ ਇਹ ਹੁਣ ਕੈਦ ਹੋ ਜੂ ਜਾਂ ਨਾ ਹੋਊ। ਮੈਂ ਉੱਥੇ ਮਿਹਨਤ ਜਾਰੀ ਰੱਖੀ, ਮੈਂ ਉੱਥੇ ਬੰਦਿਆਂ ਨੂੰ ਕਿਹਾ ਬੋਝ ਦਿਲਾਂ ਨੂੰ ਵੀ ਰੋ ਨਾ, ਰੋ ਕੇ ਹੱਲ ਨਹੀਂ ਹੁੰਦਾ। ਵੀ ਕੌਮਾਂ ਯੋਧੇ ਇੱਥੋਂ ਬਣਦੇ ਆ, ਮੇਰਾ ਇੱਕੋ ਹੀ ਨਾਅਰਾ ਸੀ ਵੀ ਕੌਮਾਂ ਤੇ ਯੋਧੇ ਇੱਥੋਂ ਹੀ ਬਣ ਕੇ ਜਾਂਦੇ ਆ, ਵੀ ਇੱਥੋਂ ਇੱਕ ਮਤਲਬ ਸਿੱਖਿਆ ਪ੍ਰਾਪਤ ਹੁੰਦੀ ਹੈ। ਪਰ ਮੈਂ ਉੱਥੇ ਸਿੱਖਿਆ ਪ੍ਰਾਪਤ ਕਰੀ, ਕੋਈ ਕੰਮ ਕਰਿਆ, ਮਿਹਨਤ ਕਰੀ, ਤੇ ਉੱਥੇ ਮੈਂ ਭਲਵਾਨ ਕਹਾਇਆ ਲੋਕਾਂ ਨੂੰ। ਉੱਥੇ ਮੈਂ ਲਿਖ ਕੇ ਲਿਆ ਵੀ ਜਿਹੜਾ ਮੈਨੂੰ ਢਾਹ ਜੂਗਾ ਮੈਂ 100 ਰੁਪਇਆ ਦੇਊਂਗਾ, ਜਿਹੜਾ ਮੈਨੂੰ ਫੜ ਲੂਗਾ ਮੈਂ 100 ਰੁਪਇਆ ਦਊਂ। ਮੇਰੇ ਜੇਬ 'ਚ ਤਾਂ ਹੈ ਨਹੀਂ 100 ਰੁਪਇਆ, ਮੇਰਾ ਉਹ ਇੱਕ ਬਨੌਟੀ ਲਿਖ ਕੇ ਲਾਇਆ ਪਿਆ ਸੀ ਵੀ ਕੋਈ ਆ ਜਾਓ। ਜੇਲ੍ਹ 'ਚ ਹੋਰ ਵੀ ਪਹਿਲਵਾਨ ਸੀਗੇ ਉੱਥੇ ਦੁਨੀਆ ਦੇ ਵਿੱਚ ਕੋਈ ਘੱਟ ਤੋਂ ਘੱਟ ਉਦੋਂ ਉਹਨਾਂ ਟਾਈਮਾਂ 'ਚ 1800 ਦੀ ਗਿਣਤੀ ਸੀ, ਤੇ ਮੈਂ ਲੋਕਾਂ ਨੂੰ ਐਂ ਚਕਰਾਉਂਦਾ ਰਹਿੰਦਾ ਸੀ। ਕੋਈ ਕਹਿੰਦਾ ਯਾਰ ਇਹ ਤਾਂ ਊਂ ਹੀ ਹੈ, ਕੋਈ ਕਹਿੰਦਾ ਊਂ ਹੀ ਆ। ਫਿਰ ਸਮੇਂ ਨਾਲ ਉੱਥੇ ਮੈਚ ਹੋ ਜਾਂਦੇ ਸੀ, ਮੈਂ ਹੈਰਾਨ ਹੋ ਜਾਂਦਾ। ਫਿਰ ਉਹ ਜਿੱਤ ਕੇ ਖੇਡਣ ਲੱਗ ਗਏ ਵੀ ਅਸੀਂ ਇੰਨੇ ਪੈਸੇ 'ਤੇ ਖੇਡਾਂਗੇ। ਮੈਂ ਕਹਿੰਦਾ ਠੀਕ ਆ ਵੀ ਇੰਨੇ ਲਵਾਂਗੇ। ਫਿਰ ਅਸੀਂ ਐਂ ਟਕਰਾਓ 'ਚ ਆਉਂਦੇ ਰਹੇ। ਫਿਰ ਮੈਂ ਮੁਲਾਜ਼ਮਾਂ ਨੂੰ ਵਾਰੰਗ ਦੇਣ ਲੱਗ ਗਿਆ ਵੀ ਤੁਸੀਂ ਮੁਲਾਜ਼ਮ ਹੋ, ਤੁਹਾਡੀ ਕਿੰਨੀ ਤਨਖਾਹ ਹੈ। ਕੋਈ ਕਹਿੰਦਾ ਉਹਨਾਂ ਟਾਈਮਾਂ 'ਚ 22,000 ਆ, ਕੋਈ 23 ਹੈ। ਮੈਂ ਕਹਿੰਦਾ ਮੇਰੇ ਨਾਲ ਮੈਚ ਲਾ ਲਓ। ਤੇ ਕੁਦਰਤ ਨੇ ਮੈਨੂੰ ਦਾਤ ਬਖਸ਼ੀ, ਸੁਰਿੰਦਰ ਕਪੂਰ ਉੱਥੇ ਮੌਕੇ 'ਤੇ ਆਇਆ ਸੀ, ਉਹ ਜੇਲ੍ਹ ਮੰਤਰੀ ਸੀ। ਉੱਥੇ ਮੈਂ ਇਹ ਜਿਹੀ ਬਾਰਡਰ ਜੇਲ੍ਹ ਸੀ ਜਿਹੜੀ, ਇਹਨਾਂ ਨਾਲ ਬਹੁਤ ਬੁਰੀ ਕਰੀ। ਕਿਉਂ ਮੈਂ ਤਿਆਰੀ 'ਚੋਂ ਸੀ, ਤਿਆਰੀ ਤਾਂ ਉਹਨਾਂ ਦੀ ਬਹੁਤ ਸੀ, ਉਹ ਪਰ ਮੁਲਾਜ਼ਮ ਸੀ, ਪਰ ਮੈਂ ਉਹਨਾਂ ਤੋਂ ਰਿਹਾ ਨਹੀਂ। ਮੈਨੂੰ ਸੁਰਿੰਦਰ ਕਪੂਰ ਨੇ ਮੌਕੇ 'ਤੇ ਸਲਮਾਨ ਦਿੱਤਾ ਵੀ ਭਲਵਾਨਾ ਯਾਰ ਤੂੰ ਕਾਹਦੇ ਕੇਸ 'ਚ ਹੈ। ਮੈਂ ਕਿਹਾ ਜੀ ਮੈਂ ਕਤਲ ਕੇਸ 'ਚ ਹੈ। ਕਹਿੰਦਾ ਪਤੰਦਰਾ ਲੋੜੇ ਹੀ ਪਟ ਗਿਆ ਯਾਰ, ਕਿਸੇ ਤੂੰ ਤਾਂ ਆਰਾਮ ਨਾਲ ਹੀ ਤੁਰਿਆ ਆਉਣਾ ਉਹਨਾਂ ਤੋਂ ਮੈਂ ਨਹੀਂ ਫੜਿਆ ਗਿਆ। ਸੁਰਿੰਦਰ ਕਪੂਰ ਨੇ ਸਾਹਿਬ ਨੂੰ ਕਿਹਾ, ਕਹਿੰਦਾ ਇਹਨੂੰ ਜਿਹੜਾ ਬੰਦਾ ਡੈਡ ਮੰਗਦਾ ਨਾ, ਇਹਨੂੰ ਉਹ ਡੈਡ ਦਿਓ, ਜੋ ਮੰਗਦਾ ਇਹਨੂੰ ਉਹ ਦੇ ਦਿਓ ਯਾਰ। ਇਹ ਬੰਦਾ ਯਾਰ ਕਿੱਥੇ ਵਿਚਾਰਾ ਇੱਕ ਗਰੀਬ ਕਹਿੰਦਾ ਵੀ ਇਹ ਮੰਨਦਾ ਹੈ ਵੀ ਮਰਡਰ ਕਿਸੇ ਨੇ ਕੀਤਾ, ਮਰਡਰ ਮੇਰੇ ਜੁਮੇ ਪਾਤਾ, ਵੀ ਯਾਰ ਇਹ ਬੰਦਾ ਮੰਨਦਾ ਇਸ ਗੱਲ ਨੂੰ ਵੀ ਯਾਰ ਮੈਂ ਨੱਕਾ ਹੈ, ਪਰ ਮੈਂ ਇਹਦਾ ਕੁਛ ਨਹੀਂ ਕਰ ਸਕਦਾ, ਉਹਨੂੰ ਡੈਡ ਦੇ ਦਿਓ ਜਿਹੜੇ ਕਹਿੰਦਾ। ਪਰ ਮੈਨੂੰ ਡੈਡ ਦੇ ਗਿਆ। ਆਪਾਂ ਉਸ ਬੰਦੇ ਦਾ ਮੇਰੀ ਉਹਦੀ ਮੈਂ ਬੜੀ ਫੇਵਰ ਕਰਦਾ, ਮੈਂ ਬੜੀ ਉਹਦੀ ਰਿਸਪੈਕਟ ਕਰਦਾ ਉਹ ਬੰਦੇ ਦੀ, ਜਿਹੜਾ ਆਪਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਇੱਕ ਡੈਡ ਬਾਰੇ ਕਹਿ ਕੇ ਆਇਆ। ਪਰ ਮੈਨੂੰ ਫਿਰ ਉਦੋਂ ਹੋਰ ਵੀ ਮਾਨਤਾ ਪ੍ਰਾਪਤ ਹੋ ਗਈ। ਫਿਰ ਮੈਂ ਖੇਡਿਆ, ਮੈਂ DI ਦਾ ਅਵਾਰਡ ਮਿਲਿਆ ਮੈਨੂੰ ਉੱਥੋਂ। IG ਨੇ DIG ਨੇ ਮੈਨੂੰ ਸਨਮਾਨਿਤ ਕੀਤਾ, ਅਤੇ ਮੈਨੂੰ ਉੱਥੇ ਇੱਕ ਐਡਾ ਸਾਰੀ ਟਰਾਫੀ ਜੀ ਮਿਲੀ। ਮੇਰੇ ਨਾਲ ਮੁੰਡੇ ਸੀ, ਅਸੀਂ 5 ਗੇਮਾਂ ਲੈ ਕੇ ਆਏ, ਰੱਸਾਕੱਸੀ, ਘੋਲ ਅਤੇ ਵਾਲੀਬਾਲ। ਅਸੀਂ ਕੋਈ ਘੱਟ ਤੋਂ ਘੱਟ ਗਏ ਸੀ ਬੰਦੇ 30-35 ਬੰਦੇ ਪਟਿਆਲੇ ਜੇਲ੍ਹ 'ਚ। ਉਹ ਪਟਿਆਲਾ ਜੇਲ੍ਹ ਓਪਨ ਬਹੁਤ ਖੁੱਲ੍ਹੀ ਆ, ਅਤੇ ਉੱਥੇ ਕਾਫੀ ਦਿਨ ਸਾਡਾ ਕੈਂਪ ਲੱਗ ਰਿਹਾ, ਅਤੇ 12 ਦੀਆਂ 12 ਜੇਲ੍ਹਾਂ ਮੈਂ ਹਰਾ ਕੇ ਤੋਰਤੀਆਂ ਘਰੋਂ ਘਰੀ। ਅਤੇ ਉਹ ਮੈਂ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਇਹਨਾਂ ਤੋਂ ਰਹਿੰਦਾ ਨਹੀਂ, ਉਹਨਾਂ ਨੂੰ ਮੈਂ ਨਾਲ ਦਿਆਂ ਨੂੰ ਕਹਿੰਦਾ ਵੀ ਤੁਸੀਂ ਇਹਨੂੰ ਫੜਿਓ ਨਾ ਯਾਰ, ਹੁਣ ਮੈਂ ਕੌਡੀਆਂ ਪਾਈ ਜਾਊਂ, ਵੀ ਤੁਸੀਂ ਫੜਿਓ ਨਾ, ਮੇਰੇ ਨਾਲ ਤੁਰੇ ਆਉਣ ਦੇ ਵਿਚਾਰੇ। ਇਹਨਾਂ ਦਾ ਵੀ ਅਕਸਰ ਨੂੰ ਫਿਰ ਮਨ ਟੁੱਟ ਜੂ ਜਮਾਂ। ਅਤੇ ਪਰ ਉਹ 12 ਦੀਆਂ 12 ਜੇਲ੍ਹਾਂ ਮੈਂ ਹਰਾ ਕੇ ਤੋਰਤੀਆਂ, ਉੱਥੋਂ ਮੈਂ ਸਟਾਰ ਬਣ ਗਿਆ। ਫਿਰ ਮੈਂ ਉੱਥੋਂ ਆ ਕੇ ਜੇ ਛੁੱਟੀ ਆਉਂਦਾ ਸੀ ਤਾਂ ਮੈਂ ਪਿੰਡਾਂ ਦੇ ਮੈਚ ਲਾਉਂਦੇ ਸੀ। ਮੈਂ ਕੋੜ ਵਾਲਾ ਫੌਜੀ ਦੁਨੀਆ ਤੂਤੀ ਬੋਲੀ ਸੀ, ਅਤੇ ਮੈਂ ਉਹਦੇ ਨਾਲ ਵੀ ਆ ਕੇ ਮੈਚ ਲਾਇਆ। ਫਿਰ ਉਦੋਂ ਉਹਨਾਂ ਟਾਈਮਾਂ 'ਚ ਤੂਤੀ ਮਤਲਬ ਪੁੜਸਾ ਖੇਡਦਾ ਹੁੰਦਾ ਸੀ ਠੂਰ 'ਚ, ਉਹਦੇ ਨਾਲ ਮੇਰਾ ਮੈਚ ਲੱਗਿਆ। ਮੈਚ ਮੈਂ ਹਾਰ ਗਿਆ, ਕੋਈ ਗੱਲ ਨਹੀਂ, ਮੇਰੇ ਨਾਲ ਮੁੰਡੇ ਮਾੜੇ ਸੀ ਜਾਫੀ, ਅਤੇ ਪਰ ਮੈਂ ਰਿਹਾ ਨਹੀਂ ਉਹ ਜਾਫੀਆਂ ਤੋਂ। ਫਿਰ ਮੇਰਾ ਮਨ ਨੂੰ ਗਿਆ ਵੀ ਯਾਰ ਆਪਾਂ ਨੇ ਜਿਹੜੀ ਤਿਆਰੀ ਆ ਠੀਕ ਆ, ਬਾਹਰ ਆ ਕੇ ਕਲੱਬ ਖੇਡਾਂਗੇ, ਕਿਸੇ ਹੋਰ ਕਲੱਬ 'ਚ ਫਿੱਟ ਹੋ ਕੇ ਖੇਡ ਲਾਂਗੇ। ਪਰ ਮੈਂ ਖੇਡ ਤੋਂ ਬਾਅਦ ਫਿਰ ਮੈਂ ਸੋਚ ਗਿਆ ਵੀ ਯਾਰ ਆਪਾਂ ਬੱਚੇ ਬੁੱਚੇ ਵਿਆਹੀਏ, ਆਪਾਂ ਕਿੱਧਰ ਤੁਰੇ ਜਾਂਦੇ ਹਾਂ। ਮੈਂ ਬੱਚਿਆਂ ਕਨੀ ਮੋੜਾ ਮਾਰਿਆ ਵੀ ਬੱਚੇ ਮੁੰਡਿਆਂ ਨੂੰ ਲੜਕਿਆਂ ਨੂੰ ਵਿਆਹੀਏ, ਅਤੇ ਫਿਰ ਆਪਾਂ ਤਾਂ ਹੁਣ ਤੁਰੇ ਫਿਰਾਂਗੇ, ਇਹ ਆਪ ਦਾ ਕੋਈ ਕਾਰਗੁਜ਼ਾਰੀ ਕਰਨਗੇ। ਫਿਰ ਮੈਂ ਲੜਕਿਆਂ ਕਨੀ ਮੁੜਿਆ। ਫਿਰ ਮੈਂ ਛੱਡ ਕੇ ਫਿਰ ਉਹ ਮੇਰੇ ਕੋਲ ਇੱਥੇ ਇੱਕ ਮੰਦਰ 'ਤੇ ਆ ਗਏ ਗੁੱਗੀ। ਉਹ ਕਹਿੰਦਾ 40 ਸਾਲਾ ਟੀਮ ਆ ਯਾਰ, ਕਹਿੰਦੇ ਜੇ ਤੂੰ ਸਾਡੇ 'ਚ ਖੇਡ ਲੈ ਅਤੇ ਬਠਿੰਡੇ ਦੀ ਟੀਮ ਆਪਾਂ ਉਹਨੂੰ ਹਰਾ ਦਿਆਂਗੇ। ਮੈਂ ਗੁੱਗੀ ਨਾ ਤਾਂ ਉਹ ਮੰਦਰ ਦੀ ਮੋੜਨ ਜੋਗਰਾ ਸੀ, ਨਾ ਮੈਂ ਗੁੱਗੀ ਦੀ ਮੋੜਨ ਜੋਗਰਾ ਸੀ। ਇੱਥੇ ਹਾੜੀ ਵੱਢੀ ਜਾਂਦੇ ਮੇਰੇ ਕੋਲੇ ਆ ਗਏ, ਅਤੇ ਇੱਥੇ ਪਿੰਡਾਂ ਨਾਲ ਹੈਡ ਨਾ ਕੁਚਲੇ ਵਾਲੇ ਹੈਡ ਵੱਜਦੇ ਇੱਥੇ ਬਠਿੰਡੇ ਨਾਲ ਹੀ।
ਮੈਨੂੰ ਗੁੱਗੀ ਵਰਗੇ ਮੈਨੂੰ ਟਾਈਮ ਦੇ ਗਏ। ਮੈਂ ਕਿਹਾ ਚੱਲ ਮੈਂ ਕੱਲ੍ਹ ਨੂੰ ਆ ਜਾਊਂ। ਮੈਂ ਮੋਟਰਸਾਈਕਲ ਲੈ ਕੇ ਇੱਥੋਂ ਵਗ ਗਿਆ ਅਤੇ ਉਹ ਮੈਂ ਜਾ ਕੇ ਉਹ ਬੰਦਾ ਬਾਈ ਬਲਤੇਜ ਸੀ, ਮੰਦਰ ਸੀ ਅਤੇ ਕਿਰਪਾ ਸੀ, ਉਹ ਬੰਦੇ ਨੂੰ ਮੈਂ ਮਿਲਿਆ ਅਤੇ ਗੁਰਥਲੀ ਵਾਲਾ ਵਜ਼ੀਰ ਆ। ਮੈਂ ਉਹਨੂੰ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ। ਵੀਰੇ ਮੈਂ ਜੇਲ੍ਹ 'ਚੋਂ ਆਇਆ, ਤੁਸੀਂ ਮੈਨੂੰ ਕਢਾ ਲਓਗੇ? ਉਹ ਕਹਿੰਦੇ ਬਾਈ ਅਸੀਂ ਤੈਨੂੰ ਕਢਾ ਤਾਂ ਲਵਾਂਗੇ। ਕਹਿੰਦਾ ਯਾਰ ਤੇਰੀ ਉਮਰ ਨਹੀਂ ਲੱਗਦੀ। ਮੈਂ ਕਿਹਾ ਮੇਰੀ ਉਮਰ ਤਾਂ ਯਾਰ 50 ਤੋਂ ਵੀ ਉੱਤੇ ਆ। ਕਹਿੰਦੇ ਯਾਰ 50 ਤੋਂ ਉੱਤੇ ਆ? ਮੈਂ ਕਿਹਾ ਹਾਂ ਯਾਰ, ਮੇਰੇ ਕੋਲ ਕਾਗਜ਼ ਪੱਤਰ ਸਾਰੇ ਡਾਕੂਮੈਂਟ ਹੈ, ਮਤੀ ਮੇਰੇ ਕੋਲ ਹੈਗਾ। ਪੱਕੀ ਗੱਲ ਹੈ ਯਾਰ? ਮੈਨੂੰ ਕਹਿੰਦੇ। ਮੈਂ ਕਿਹਾ ਪੱਕੀ ਗੱਲ ਹੈ। ਕੋਈ ਮੇਰੀ ਮੁਸ਼ਦਾੜੀ ਸੇਬ ਸੀ, ਉਹਨੂੰ ਗੱਲ ਮੇਰੀ ਜੱਚਦੀ ਨਹੀਂ ਸੀ। ਹੁਣ ਤਾਂ ਮੈਂ ਥੋੜ੍ਹਾ ਜਿਹਾ ਵਡੇਰਾ ਜਿਹਾ ਹੋ ਗਿਆ ਅਤੇ ਉਦੋਂ ਉਹਨੂੰ ਗੱਲ ਜੱਚੀ ਜੀ ਨਾ ਇਹ। ਕਹਿੰਦੇ ਇੰਨੀ ਉਮਰ ਲੱਗਦੀ? ਇੰਨੀ ਉਮਰ ਲੱਗਦੀ ਤਾਂ ਹੈ ਨਹੀਂ ਯਾਰ। ਮੈਂ ਕਿਹਾ ਇੰਨੀ ਹੋਊ ਯਾਰ, ਮੇਰੇ ਹਿਸਾਬ 'ਚ ਤਾਂ ਇੰਨੇ 'ਚ ਤਾਂ ਮੈਨੂੰ ਕਾਇਦ ਹੋਈ ਸੀ, ਇੰਨੀ ਮੈਂ ਕੱਟਿਆ, ਮੇਰੀ ਇੰਨੀ ਉਮਰ ਹੋਊਗੀ। ਕਹਿੰਦੇ ਯਾਰ ਫਿਰ ਕੋਈ ਨਹੀਂ ਯਾਰ ਤੂੰ। ਮੈਂ ਉਹਨਾਂ ਨੂੰ ਆ ਕੇ ਕਿਹਾ ਯਾਰ ਜਾਂ ਆਪਾਂ 3 ਜਾਣੇ ਆ, ਆਪਾਂ ਕਿੱਥੇ ਨਾ ਪੰਗਾ ਲਾਵਾਂਗੇ, ਇਹ ਸਿੱਟ ਤਾਕੜਾ ਹੈ। ਮੈਂ ਉਹਨਾਂ ਨੂੰ ਜਾਣਦਾ ਸੀ ਦੋਨਾਂ ਨੂੰ, ਤੇ ਉਹ ਫੌਜ 'ਚ ਵਗ ਗਏ ਸੀ ਮੇਰੇ ਨਾਲ ਮਿਹਨਤ ਮੁਹਨਤ ਲਾ ਕੇ ਵਿਚਾਰੇ, ਅਤੇ ਮੈਂ ਦੋਨਾਂ ਨੂੰ ਹੀ ਜਾਣਦਾ ਸੀ। ਉਹ ਕਹਿੰਦੇ ਮੇਰੇ ਨਾਲ ਪਿਆਰ ਬਹੁਤ ਕਰਿਆ, ਕਹਿੰਦੇ ਬੁਗਲੇ ਤੈਨੂੰ ਜੇ ਤੂੰ ਖੇਡਣਾ ਖੇਡ ਲਾ। ਉਹ ਸਿਆਣੂ ਹੋ ਗਏ, ਵਿੱਚੋਂ ਬੰਦੇ ਮਿਲ ਹੀ ਜਾਂਦੇ ਨਾ। ਚੱਲ ਮੈਂ ਉਹਨਾਂ 'ਚ ਖੇਡਿਆ। ਉਹ ਮੈਂ ਉਦੋਂ ਬਾਅਦ ਬਠਿੰਡੇ 'ਚ ਖੇਡਿਆ ਕਈ ਸਾਲ, ਅਤੇ ਉਦੋਂ ਬਾਅਦ ਬਠਿੰਡੇ ਤੋਂ ਮੈਂ ਅਰਬੇ ਦਾ ਕਹਿ ਗਿਆ। ਚਲੋ ਵੱਖ ਵੱਖ ਤਰ੍ਹਾਂ ਦੇ ਜ਼ਿਲ੍ਹਿਆਂ 'ਚ ਖੇਡੀ ਗਿਆ। ਹੁਣ ਤੱਕ ਮੇਰਾ ਪਤਾ ਹੀ ਨਹੀਂ ਕਿਹੜੇ ਜ਼ਿਲ੍ਹੇ 'ਚ ਖੇਡੂ। ਹੁਣ ਮੈਂ ਪਟਿਆਲਾ, ਭੈਣੀ ਕਲਰ ਜ਼ਿਲ੍ਹਾ ਪਟਿਆਲਾ, ਭੈਣੀ ਕਲਰ ਟਰੱਸਟ ਹੈ, ਮੈਂ ਉਹਦੇ 'ਚ ਚੱਲ ਗਿਆ। ਉਹਦੇ 'ਚ ਮੇਰੇ ਤੋਂ ਨਵੇਂ ਨਵੇਂ ਮੁੰਡੇ ਹੋਰ ਆ ਗਏ। ਹੁਣ ਉਸ ਖੁਦਾ ਦੀ ਮਨਜ਼ੂਰੀ ਹੈ। ਦੇਖੋ ਸੱਚੇ ਪਾਤਸ਼ਾਹ ਵੀ ਕੀ ਬਣਦਾ। ਆਹ ਸੀਜ਼ਨ ਦਾ ਦੇਖੋ ਕੀ ਬਣਦਾ। ਮੈਚ ਤਿਆਰੀ ਲੱਗੀ ਜਾਂਦੀ ਹੈ ਵੀ ਕਿੰਨੇ ਕੁ ਮੈਚ ਖੇਡਦਾ, ਕਿੰਨੇ ਕੁ ਹੋਰ। ਪਰ 63 ਸਾਲ ਉਮਰ ਹੋ ਗਈ ਹੈ, ਦੋਤੇ ਪੋਤਿਆਂ ਵਾਲੇ ਹੋ ਗਏ ਹੋ, ਹਾਂ ਪਰ ਖੇਡ ਤੋਂ ਕੋਈ ਇਹ ਜੱਜ ਨਹੀਂ ਕਰ ਸਕਦਾ ਕਿ ਇੰਨੀ ਉਮਰ ਹੋ ਗਈ ਹੈ, ਜਾਂ ਕਦੀ ਆਪਣੇ ਆਪ ਨੂੰ ਇਦਾਂ ਫੀਲ ਨਹੀਂ ਕਰਾਉਣ ਦਿੱਤਾ ਕਿ ਮੈਂ ਬੁੱਢਾ ਹੋ ਗਿਆ। ਪਰ ਫਿਰ ਵੀ ਕੁਝ ਸੋਚਿਆ ਹੋਣਾ, ਕਿੰਨੇ ਸਾਲ ਹੋਰ ਕਬੱਡੀ ਦੇਣ ਨੂੰ ਸੋਚੇ? ਹੁਣ ਕਬੱਡੀ ਤਾਂ ਹੁਣ ਇਹ ਸੈਕਟਰ ਇਹ ਬਾਤ ਆ ਬੇਟੇ ਵੀ ਕੀ ਪਤਾ ਕਦੋਂ ਸੱਟ ਲੱਗ ਜੇ। ਜਿੰਨਾ ਸੱਟ ਨਹੀਂ ਲੱਗਦੀ ਬੰਦਾ ਉਹਨਾਂ ਚਿਰ ਮੁੜਦਾ ਨਹੀਂ। ਜਦ ਤੱਕ ਸੱਟ ਨਹੀਂ ਲੱਗਦੀ ਉਹਨੇ ਕਹਿੰਦਾ ਹੁਣ ਮੈਂ ਤੁਰੇ ਹੀ ਜਾਂਦਾ ਵੀ ਯਾਰ ਆਓ। ਮੈਂ ਕਈ ਵਾਰੀ ਮੁੜਨ ਨੂੰ ਪੈਂਦਾ ਨਾਲ ਦੇ, ਕਹਿੰਦੇ ਨਹੀਂ ਯਾਰ ਆਪਣੇ 'ਚ ਪਲੇਅਰ ਹੋਰ ਤਕੜਾ ਲਿਆਂਦਾ, ਤੂੰ ਬੇਸਾਂਸ ਹੋਇਆ, ਤੈਨੂੰ ਨਹੀਂ, ਤੂੰ ਨਹੀਂ ਮਾਰ ਖਾਂਦਾ। ਮੈਂ ਕਹਿੰਦਾ ਕਿ ਮੈਂ ਕਿਉਂ ਨਹੀਂ ਮਾਰ ਖਾਂਦਾ? ਮਤਲਬ ਜਦ ਤੱਕ ਜਾਨ ਹੈ, ਜਦ ਤੱਕ ਅਲਾਉ ਕਰਦਾ ਹਾਂ ਅਸਲ 'ਚ ਜਿਹੜਾ ਅੰਦਰ ਦਾ ਇਹ ਕੀੜਾ ਜੁੜਿਆ ਹੋਇਆ ਜਾਂ ਇਹ ਕੌਡੀਆਂ ਜੁੜਿਆ ਹੋਇਆ, ਮੈਂ ਇਸੇ ਗੱਲ 'ਤੇ ਤੁਰਿਆ ਵੀ ਇੱਕ ਦਿਨ ਤਾਂ ਬੰਦਾ ਯਾਰ ਐਂਡ ਤੱਕ ਆਊਗਾ ਹੀ ਨਾ। ਪਿੰਡ ਜੇ ਰਾਹ ਪਿਆਉਂਦਾ ਪਿੰਡ ਇੱਕ ਦਿਨ ਆਊਗਾ ਹੀ ਨਾ। ਕਿਉਂ ਨਹੀਂ ਆਊ ਪਿੰਡ? ਕੋਈ ਗੱਲ ਨਹੀਂ। ਜੇ ਬੁੜੇ ਹੋ ਗਏ ਤਾਂ ਕੀ ਆ? ਜੇ ਬੁੜਿਆਂ 'ਚ ਮੈਂ 60 ਸਾਲ ਦੀ ਉਮਰ 'ਚ ਵੀ ਖੇਡਾਂ, 60 ਸਾਲ ਦੇ ਬੁੜਿਆਂ ਤੋਂ ਨਹੀਂ ਰਹਿੰਦਾ। ਜੇ ਮੈਂ 50 ਸਾਲ ਦੇ ਬੁੜਿਆਂ ਨਾਲ ਵੀ ਖੇਡਾਂ, ਉਹਨਾਂ ਤੋਂ ਵੀ ਰਹਿੰਦਾ ਨਹੀਂ। ਮੈਂ ਤਾਂ 35 ਸਾਲ ਦੇ ਬੰਦਿਆਂ ਤੋਂ ਨਹੀਂ ਰਹਿੰਦਾ। ਜਦੋਂ ਮੇਰਾ ਮਨ ਕਹਿੰਦਾ ਹੈ ਵੀ ਇਹ ਬੰਦਿਆਂ ਤੋਂ ਭੱਜ ਗਏ ਆਪਾਂ ਬੁਗਲਿਆ ਫੜੀ ਦੇ ਨਹੀਂ। ਜਿਹੜੀ ਵਿੱਚ ਮੈਂ ਪਾਈ ਆ ਉਹ ਮੈਂ ਦੀ ਗਰਾਰੀ ਵਿੱਚੇ ਖੜੀ ਹੈ। ਜੇ ਤਾਂ ਬਾਅਦ 'ਚ ਆ ਨਾ, ਮੈਂ ਪਹਿਲਾਂ ਹੈ। ਜਿਹੜੇ ਕੰਮ ਮੈਂ ਕਰਦਾ ਉਹ ਮੈਂ ਹੀ ਕਰਦਾ, ਦੂਜਾ ਨਹੀਂ ਕਰਦਾ। ਜੇ ਕਈ ਵਾਰੀ ਮੈਂ ਗਰਾਊਂਡ ਨਹੀਂ ਜਾਂਦਾ, ਮੈਥੋਂ ਬਿਨਾਂ ਮੈਚ ਹਾਰ ਜਾਂਦੇ ਆ, ਅਤੇ ਉਹ ਮੈਂ ਵਿੱਚ ਫੇਰ ਰਹਿ ਜਾਂਦੀ ਹੈ ਵੀ ਜੇ ਮੈਂ ਹੁੰਦਾ ਹਾਰਦਾ ਨਹੀਂ ਸੀ। ਕਈ ਵਾਰੀ ਮੈਂ ਜਾਣ ਕੇ ਨਹੀਂ ਜਾਂਦਾ ਕੱਪੜੇ, ਕਈ ਕਮੇਟੀ ਨੂੰ ਪਤਾ ਨਹੀਂ ਹੁੰਦਾ, ਬੌਲੀਆਂ ਕਮੇਟੀਆਂ ਕਈ ਉਹ ਜਾਣਦੀਆਂ ਨਹੀਂ ਬੁਗਲੇ ਨੂੰ। ਕਹਿੰਦੇ ਚਲੋ ਕੀ ਆ, ਉਹ ਕਹਿੰਦੇ ਵੀ ਬੁਗਲੇ ਦੀ ਅੱਜ ਸੱਸ ਮਰ ਗਈ, ਅੱਜ ਬੁਗਲੇ ਦੀ ਮਾਂ ਮਰ ਗਈ। ਕਈ ਤਾਂ ਗੱਪ ਗੁੱਪ ਮਾਰ ਕੇ ਖੇਡੀ ਜਾਂਦੇ ਮੇਰੇ ਨਾਂ 'ਤੇ ਵਿਚਾਰੇ। ਕਈ ਵਾਰੀ ਹੁਣ ਮੈਂ 22 ਤਰੀਕ ਨੂੰ ਮੈਚ ਲਿਆ ਇੱਕ ਇਹਦੇ ਮੋਗੇ ਵਾਲਿਆਂ ਨੇ, ਅਤੇ ਕਹਿੰਦੇ ਬੁਗਲੇ ਨੂੰ ਲਿਆਵਾਂਗੇ। ਮੈਨੂੰ ਹਾਸੀ ਵਾਰੀ ਆਈ ਵੀ ਬੁਗਲਾ ਕਾਹਤੋਂ ਆਊ? ਆਪਦੀ ਟੀਮ ਨੂੰ ਛੱਡ ਕੇ ਮੈਂ ਕਦੋਂ ਜਾਣ ਲੱਗਿਆ? ਮੈਂ ਕਿਸੇ 'ਚ ਕਿਉਂ ਖੇਡੂੰਗਾ? ਮੇਰੇ 'ਚ ਕੋਈ ਖੇਡੇ। ਇੱਕ ਸ਼ੋਅ ਮੈਚ ਆ ਮੇਰਾ ਸ਼ੋਅ ਮੈਚ ਆ, ਜਿਹੜਾ ਮਰਜ਼ੀ 9 ਸਟਾਰ ਬੰਦਾ ਖੇਡੇ, ਪਰ ਨਹੀਂ। ਪਰ ਮੇਰਾ ਗੱਪ ਮਾਰ ਕੇ ਵੀ ਵਿੱਚ ਮੈਚ ਲੈਣਾ, ਟੀਮਾਂ ਬਹੁਤ ਬਣ ਗਈਆਂ ਮੇਰੇ ਨਾਲ। ਹੁਣ ਪਲੇਅਰ ਭੱਜ ਕੇ ਗਏ 9-10, ਉਹ ਫਿਰੋਜ਼ਪੁਰ ਦੇ ਮੇਰੇ ਖੇਡਦੇ ਸੀ, ਉਹਨਾਂ ਟੀਮ ਖੜੀ ਕਰ ਲਈ। ਹੁਣ ਉਹ ਮੈਨੂੰ ਫੋਨ ਕਰਦੇ ਆ, ਬਾਪੂ ਸਾਡੇ ਨਾਲ ਮੈਚ ਖੇਡ ਲਿਆ ਕਰੇਗਾ? ਉਹ ਚਲੋ ਬੇਟੇ ਕੋਈ ਨਹੀਂ ਖੇਡ ਲਾਂਗੇ। ਬੇਟੇ ਮੈਂ ਤੁਹਾਡੇ ਨਾਲ ਕਿਵੇਂ ਖੇਡੂ? ਮੈਂ ਆਪਦੇ ਸੈੱਟ 'ਚ ਖੇਡਦਾ ਅਤੇ ਮੈਂ ਤੁਹਾਡੇ ਸੈੱਟਾਂ 'ਚ ਕਾਹਤੋਂ ਖੇਡੂੰਗਾ? ਕੋਈ ਬੰਦਾ ਆਪਦੀ ਈਨ ਮੰਨ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ, ਅਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਆਂਟ ਲੈ ਕੇ ਮੈਨੂੰ ਸਹੁੰ ਪਵਾ ਕੇ ਮੈਂ ਖੇਡਣ ਲੱਗਿਆ। ਮੈਂ ਉਹ ਟਰੱਸਟ 'ਚ ਖੇਡ ਰਿਹਾ ਭੈਣੀ ਕਲਰ 'ਚ, ਮੈਂ ਕਿਸੇ 'ਚ ਕਿਉਂ ਖੇਡੂੰਗਾ? ਮੈਂ ਨਹੀਂ ਖੇਡਦਾ, ਕਿਸੇ ਟੀਮ 'ਚ ਨਹੀਂ ਖੇਡਦਾ ਆਪਦੀ ਟੀਮ ਤੋਂ ਇਲਾਵਾ। ਭਲਾਂ ਦੀ ਉਹ ਟੀਮ ਮਾੜੀ ਚੰਗੀ ਹਾਰ ਜਿੱਤ ਜੋ ਕਿਸਮਤ ਦੀ ਆ। ਪਲੇਅਰ ਮੇਰੇ ਕੋਲ ਹੋਰ ਆ ਜਾਣਗੇ, ਇੱਕ ਵਾਰੀ ਹਾਰ ਜੂ ਅਤੇ ਦੂਜੀ ਵਾਰ ਜਿੱਤ ਜੂ। ਪਰ ਮੈਂ ਮੇਲਿਆਂ ਦੇ ਜੇਤੂਆਂ ਨਾਲ ਖੇਡਦਾ, ਮਾੜੇ ਪਲੇਅਰ ਨਾਲ ਮੇਰਾ ਖੇਡਣਾ ਦਿਲ ਨਹੀਂ ਮੰਨਦਾ। ਮਾੜੇ ਪਲੇਅਰ ਨਾਲ ਕੌਡੀ ਪਾਉਣ ਨੂੰ ਵੀ ਜੀ ਨਹੀਂ ਕਰਦਾ। ਇਹ ਤਾਂ ਮੈਂ ਕੀ ਭੱਜੂ? ਇਹਦਾ ਬੰਦਾ ਛਪੇ ਹੋਇਆ ਨਹੀਂ, ਇਹਦਾ ਨਾਂ ਹੀ ਨਹੀਂ ਜਾਣਦਾ ਕੋਈ। ਪਰ ਉਹ ਮੈਂ ਉਹਨਾਂ ਬੰਦਿਆਂ ਤੋਂ ਭੱਜਿਆ ਜਿਹੜੇ ਦੁਨੀਆ ਦੇ ਸਟਾਰ, ਦੁਨੀਆ ਦੇ ਵਿੱਚ ਨਾਂ ਘੁਮਾਇਆ, ਉਹਨਾਂ ਬੰਦਿਆਂ ਨਾਲ ਖੇਡਿਆ, ਉਹਨਾਂ 'ਚ ਪਾਣੀ। ਪਰ ਉਹ ਬੰਦੇ ਮੰਨਣ ਨੂੰ ਤਿਆਰ ਨਹੀਂ। ਕਿਉਂ ਮੰਨਦੇ? ਕਿਉਂ ਨਹੀਂ? ਉਹ ਅੱਜ ਕੈਨੇਡਾ ਅਮਰੀਕਾ ਦੇ ਸਿਟੀਜ਼ਨ ਬਣ ਗਏ ਆ ਬੱਚੇ, ਉਹਨਾਂ ਦੇ ਕੈਨੇਡਾ ਪਾ ਗਏ, ਅਮਰੀਕਾ ਪਾ ਗਏ। ਉਹਨਾਂ ਨੂੰ ਮੈਥੋਂ ਕੀ ਲੈਣਾ ਗਰੀਬ ਤੋਂ? ਗਰੀਬ ਬੰਦੇ ਦੀ ਕੋਈ ਬਾਂਹ ਨਹੀਂ ਫੜਦਾ। ਐਡੇ ਲੋਕ ਕਾਮਲੇ ਨਹੀਂ, ਗੱਡੀ ਖੜ੍ਹ ਜੇ ਮੁਸਾਫਰ ਕਹਿੰਦੇ ਇਹਨੇ ਲੇਟ ਹੀ ਕਰਤੇ ਸੀ। ਪਰ ਮੈਂ ਹੱਦਾਂ, ਚਲੋ ਕੋਈ ਨਹੀਂ, ਪ੍ਰਮਾਤਮਾ ਮੂਹਰੇ ਅਰਦਾਸ ਹੈ, ਚਲੋ ਕੋਈ ਦਿਨ ਤਾਂ ਕੋਈ ਸਮਾਂ ਆਊਗਾ ਹੀ ਨਾ। ਚਲੋ ਕੋਈ ਨਹੀਂ, ਪਿੰਡ ਆਉਂਦਾ, ਕੋਈ ਨਹੀਂ, ਚੱਲੀ ਜਾਣ, ਸਮਾਂ ਚੱਲੀ ਜਾਂਦਾ ਜਿਵੇਂ ਚੱਲਦਾ। ਸਮੇਂ ਦਾ ਖੜਨਾ ਨਹੀਂ, ਆ ਵੀ ਤਾਰ ਤੁਰਿਆ ਜਾਣਾ। ਬੜੇ ਮਾੜੇ ਦਿਨ ਦੇਖੇ ਆ, ਸਾਰਾ ਕੁਛ ਖਤਮ ਹੋ ਗਿਆ ਸੀ, ਜਮਾਂ ਡੱਕਾਂ ਨਹੀਂ ਰਿਹਾ। ਫਿਰ ਵੀ ਸੱਚੇ ਪਾਤਸ਼ਾਹ ਦੀ ਉਹਦੀ ਅਰਦਾਸ, ਸੱਚੇ ਪਾਤਸ਼ਾਹ ਦੀ, ਉਸ ਪਰਮਾਤਮਾ ਨੇ ਜੁੜੇ ਹੋਏ ਆ। ਕਾ 100 ਸਿਆਣਪ ਕਹਿੰਦਾ ਇੱਕ ਨਹੀਂ ਚੱਲਦੀ ਨਾਲ।
ਫਿਰ ਉਹ ਗਲਤੀ ਬਾਬੇ ਦੇ ਬਾਗ ਤੇ ਆ ਕੇ ਫਿਰ ਖੜ ਜਾਂਦੇ ਵੀ ਯਾਰ ਜੇ ਸਿਆਣਪ ਵਾਲੇ ਬੰਦੇ ਆ। ਮੈਂ ਕਈ ਵਾਰੀ ਜੇਲ੍ਹ 'ਚ ਬੰਦੇ ਨੂੰ ਹੱਸਣ ਲੱਗ ਜਾਂਦਾ ਯਾਰ, ਮੈਂ ਕਿਹਾ ਤੁਸੀਂ ਤਾਂ, ਮੈਂ ਤਾਂ ਕਮਲਾ ਹੋ ਗਿਆ, ਤੁਸੀਂ ਸਿਆਣੇ ਯਾਰ ਕਾਹਤੋਂ ਇੱਥੇ ਆਉਣਾ ਸੀ। ਉਹ ਕਹਿੰਦੇ ਹੁਣ ਰੀਸਾ ਭੋਲਾ ਮੇਰੇ ਨਾਲ ਰਿਹਾ ਅੰਦਰ, ਪਰ ਹੁਣ ਦੁਨੀਆ ਦਾ ਸਟਾਰ ਸੀ, 20 ਕਿੱਲੇ ਬੰਦੇ ਕੋਲੇ ਬਹਾਨਦੇ ਸੀ ਤੇ ਕੇਸਰੀ ਉਹਨੂੰ ਹਿੰਦ ਮਿਲਿਆ, ਦੁਨੀਆ ਕੇਸਰੀ ਅਵਾਰਡ ਮਿਲਿਆ ਸੀ ਦੁਨੀਆ ਦਾ। ਤੇ ਮੈਂ ਭੋਲੇ ਨੂੰ ਹੱਸਣ ਲੱਗ ਗਿਆ, ਭੋਲਿਆ ਵੀ ਮੈਂ ਤਾਂ ਭੁਲੇਖੇ ਨਾਲ ਆ ਗਿਆ ਯਾਰ, ਤੂੰ ਇੱਥੇ ਕਿਵੇਂ ਆ ਗਿਆ। ਠੀਕ ਹੈ ਉਹ ਬੰਦਾ ਖਰਬਾਪਤੀ ਹੈ, ਮੈਂ ਤਾਂ ਗਰੀਬ ਹੈ, ਪਰ ਨਹੀਂ, ਸੱਚ ਝੂਠ ਮੂਹਰੇ ਨਹੀਂ, ਝੂਠ ਦੀ ਕੀ ਮਨਿਆਦ ਹੈ, ਸੱਚ ਸੱਚ ਹੀ ਹੈ। ਮੈਂ ਉਹਨੂੰ ਕਹਿੰਦਾ ਸੀ ਯਾਰ ਨਹੀਂ, ਕਿਸੇ ਨੂੰ ਨਸ਼ਾ ਵੇਚ ਕੇ ਯਾਰ ਕਿਸੇ ਦੀ ਜ਼ਿੰਦਗੀ ਬਰਬਾਦ ਕਰਕੇ ਤੂੰ ਆਪਦੀ ਜ਼ਿੰਦਗੀ ਚਾਹੁੰਦਾ ਸੀ। ਮੈਂ ਹੁਣ ਵੀ ਸੋਚਦਾ ਹੈ ਵੀ ਜੇ ਮੈਂ ਨਸ਼ਾ ਵੇਚਦਾ ਫਿਰ ਮੈਂ ਤਾਂ ਫਿਰ ਦਰਸ਼ਕ ਬਣਦਾ ਸੀ, ਠੱਗ ਚੋਰ ਸੀ ਉਹ ਚੋਰਾਂ 'ਚ ਖੜ ਜਾਂਦਾ। ਨਹੀਂ, ਅੱਜ ਮੈਂ ਬੁਗਲਾ ਉਵੇਂ ਰਿਹਾ ਸਾਫ਼। ਕੋਈ ਨਹੀਂ, ਜੇ ਕੋਈ ਬੰਦੇ ਦੁੱਖ ਤਕਲੀਫ ਤਾਂ ਬੰਦੇ ਆਉਂਦੇ ਰਹਿੰਦੇ ਆ, ਠੱਗੀ ਚੋਰੀ ਨਾਲ ਨਹੀਂ ਬੰਦਾ ਬਣ ਸਕਦਾ। ਨਹੀਂ, ਜੇ ਠੱਗੀ ਚੋਰੀ ਦਾ ਕੋਈ ਪੈਸਾ ਕਮਾ ਵੀ ਲਊ ਉਹ ਕਿਸੇ ਕੰਮ ਨਹੀਂ ਆਉਣਾ। ਬਿਲਕੁਲ, ਬੁਗਲੇ ਨੇ ਚਾਹੇ ਪੈਸੇ ਨਹੀਂ ਇੰਨੇ ਕਮਾਏ ਹੋਣੇ, ਚਾਹੇ ਕੋਠੀ ਨਹੀਂ ਬਣੀ, ਚਾਹੇ ਗੱਡੀਆਂ ਨਹੀਂ ਖੜੀਆਂ ਘਰ ਦੇ ਬਾਹਰ, ਪਰ ਬੁਗਲੇ ਨੇ ਇੱਜ਼ਤ ਜਾਂ ਪਿਆਰ ਪੂਰਾ ਕਮਾਇਆ। ਇਹ ਉਹ ਕਬੱਡੀ ਦਾ ਖਿਡਾਰੀ ਹੈ ਜਾਂ ਕਬੱਡੀ ਦੀ ਇਹ ਉਹ ਸ਼ਾਨ ਹੈ ਜਿਸ ਨੇ ਮਾਂ ਖੇਡ ਕਬੱਡੀ ਨੂੰ 4 ਚੰਨ ਲਗਾਏ ਨੇ, ਕਬੱਡੀ ਖੇਡ ਜਗਤ ਦੇ ਵਿੱਚ ਆਪਣਾ ਲੋਹਾ ਮਨਵਾਇਆ ਹੈ। ਤੇ ਡੇਲੀ ਪੋਸਟ ਪੰਜਾਬੀ ਵਡਭਾਗਾ ਮਹਿਸੂਸ ਕਰ ਰਹੀ ਹੈ ਅਜਿਹੇ ਖਿਡਾਰੀ ਦੇ ਨਾਲ ਮਿਲ ਕੇ, ਅਜਿਹੇ ਖਿਡਾਰੀ ਦੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਤੇ ਕਬੱਡੀ ਖੇਡ ਜਗਤ ਨੂੰ ਆਪਣੀ ਪੂਰੀ ਜ਼ਿੰਦਗੀ ਦੇਣ ਦੇ ਲਈ ਤੇ ਕਬੱਡੀ ਖੇਡ ਜਗਤ ਨੂੰ 4 ਚੰਨ ਲਾਉਣ ਦੇ ਲਈ। ਜਲਦੀ ਹਾਜ਼ਰ ਹੋਵਾਂਗੇ ਅਜਿਹੀਆਂ ਨਵੀਆਂ ਸ਼ਖਸੀਅਤਾਂ ਦੇ ਨਾਲ। ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਬਠਿੰਡਾ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ, ਵੀਜ਼ਾ ਇੱਕ ਵਧੀਆ ਜ਼ਿੰਦਗੀ ਲਈ।